ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA ਟੀਵੀ। ਮੈਂ ਵਰੁਣ ਕੌਰ ਮਾਨ, ਪ੍ਰੋਗਰਾਮ ਕਰੰਟ ਨਿਊਜ਼ ਐਂਡ ਵਿਊਜ਼। ਮੈਂ ਹਾਂ ਸੰਜੀਵ ਯਸ਼ ਖੰਨਾ, ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹਾਂ ਕਰੰਟ ਨਿਊਜ਼ ਐਂਡ ਵਿਊਜ਼ ਦੇ ਵਿੱਚ। ਪਹਿਲੀ ਖਬਰ ਹੈ ਅਮਰੀਕਾ ਤੋਂ। ਕਾਮਿਆਂ ਦੀ ਘਾਟ ਹੋ ਗਈ ਹੈ। ਅਸਲ ਦੇ ਵਿੱਚ ਕਾਮਿਆਂ ਦੀ ਘਾਟ ਦਾ ਕਾਰਨ ਇਹ ਹੈ ਕਿ ਬਹੁਤ ਸਾਰੇ ਲੋਕਾਂ ਨੇ ਸੰਜੀਵ ਜੀ ਨੌਕਰੀ ਨੂੰ ਆਪਣੀ ਮਰਜ਼ੀ ਦੇ ਨਾਲ ਅਲਵਿਦਾ ਕਹਿ ਦਿੱਤਾ ਹੈ, ਜਿਸ ਕਾਰਨ ਜੇ ਆਪਣੀ ਮਰਜ਼ੀ ਨਾਲ ਲੋਕ ਨੌਕਰੀ ਨੂੰ ਅਲਵਿਦਾ ਕਹਿ ਰਹੇ ਨੇ ਤੇ ਉਹ ਪੋਸਟਾਂ ਖਾਲੀ ਹੋ ਚੁੱਕੀਆਂ ਨੇ। ਸੋ ਬਹੁਤ ਸਾਰੇ ਉਹਨਾਂ ਲੋਕਾਂ ਲਈ ਇੱਕ ਵਧੀਆ ਮੌਕਾ ਵੀ ਹੈ ਜਿਹੜੇ ਉੱਥੇ ਜਾ ਕੇ ਕੰਮ ਕਰਨ ਦੇ ਚਾਹਵਾਨ ਨੇ ਜਾਂ ਉੱਥੇ ਹੱਲੇ ਵੇਲੇ ਨੇ, ਉਹਨਾਂ ਨੂੰ ਕੰਮ ਨਹੀਂ ਮਿਲ ਰਿਹਾ। ਲੱਖਾਂ ਲੋਕਾਂ ਨੇ ਰਿਜ਼ਾਈਨ ਕੀਤਾ। ਕਿਉਂ? ਕੋਵਿਡ ਦੇ ਕਰਕੇ ਵਰਕ ਫਰੋਮ ਹੋਮ। ਸੋ ਸਭ ਨੂੰ ਆਦਤ ਪੈ ਗਈ ਕਿ ਫੈਮਿਲੀ ਨਾਲ ਸਮਾਂ ਬਿਤਾਉਣਾ ਹੈ, ਇਸ ਕਰਕੇ ਉਹ ਵੀ ਕਾਰਨ ਦੱਸੇ ਜਾਂਦੇ ਨੇ। ਸਾਈਕੋਲੋਜੀਕਲੀ ਲੋਕ ਕਾਫੀ ਡਿਪਰੈਸ ਰਹੇ ਕਿਉਂਕਿ ਘਰਾਂ ਦੇ ਵਿੱਚ ਲੋਕਡਾਊਨ ਹੈ। ਤਾਂ ਜਿਉਂ ਕੋਵਿਡ ਦੇ ਬਾਅਦ ਸਾਰੀਆਂ ਫਲਾਈਟਸ ਖੁੱਲੀਆਂ ਨੇ, ਸਾਰਿਆਂ ਨੇ ਦਰਵਾਜ਼ੇ ਖੁੱਲੇ ਨੇ, ਤਾਂ ਉਹ ਚਾਹੁੰਦੇ ਨੇ ਕਿ ਅਸੀਂ ਘੁੰਮਣ ਫਿਰਨ ਜਾਈਏ। ਇਸ ਕਰਕੇ ਵੀ ਉਹ ਰਿਜ਼ਾਈਨ ਕਰ ਰਹੇ ਨੇ ਕਿਉਂਕਿ ਛੁੱਟੀ ਨਹੀਂ ਮਿਲ ਰਹੀ। ਸੋ ਵਰਕ ਫਰੋਮ ਹੋਮ ਦਾ ਜਦੋਂ ਸਿਸਟਮ ਖਤਮ ਕਰ ਦਿੱਤਾ ਕੰਪਨੀਆਂ ਨੇ, ਤਾਂ ਉਹ ਵੀ ਇੱਕ ਇਕੱਲਾਪਨ ਲੱਗਾ ਉਹਨਾਂ ਨੂੰ, ਕਿਉਂਕਿ ਜਦੋਂ ਕਰ ਰਹਿੰਦੇ ਸੀ ਖਾਣ ਪੀਣ ਨੂੰ ਸਾਰਾ ਸਿਸਟਮ ਬਣਿਆ ਹੋਇਆ ਸੀਗਾ ਫੈਮਿਲੀ ਦੇ ਨਾਲ, ਤੇ ਉਹ ਹੁਣ ਨਹੀਂ ਰਿਹਾ। तो कई कारण ने, साइकोलॉजिकल रीजन ज्यादा ने, तां करके वो रिजाइन कर रहे हैं। बिल्कुल संजीव जी, तुसीं ਜਿਹੜੀਆਂ ਗੱਲਾਂ ਦੀ ਗੱਲ ਕਰ ਰਹੇ ਹੋ, ਮਤਲਬ ਜਿਹੜੇ ਰੀਜ਼ਨਸ ਦੀ ਵੀ ਤੁਸੀਂ ਗੱਲ ਕਰ ਰਹੇ ਹੋ, ਇਹ ਕਾਫੀ ਜ਼ਿਆਦਾ ਅਨੁਮਾਨ ਲਗਾਏ ਜਾ ਰਹੇ ਨੇ ਕਿ ਸ਼ਾਇਦ ਇਹ ਸਾਰੀਆਂ ਗੱਲਾਂ ਹੋਈਆਂ ਜਿਸ ਕਰਕੇ ਬਹੁਤ ਸਾਰੇ ਕਾਮਿਆਂ ਨੇ ਆਪਣੀ ਨੌਕਰੀ ਨੂੰ ਅਲਵਿਦਾ ਕਹਿ ਦਿੱਤਾ। ਕਈ ਜਾਣਿਆਂ ਨੂੰ ਫਰਸਟ੍ਰੇਸ਼ਨ ਵੀ ਲੱਗ ਰਹੀ ਹੈ। ਕਈ ਲੋਕ ਜਿਹੜੇ ਨੇ ਹੁਣ ਘਰੋਂ ਬਾਹਰ ਜਾ ਕੇ ਕੰਮ ਨਹੀਂ ਕਰਨਾ ਚਾਹੁੰਦੇ। ਕਈ ਕਰੋਨਾ ਤੋਂ ਡਰੇ ਹੋਏ ਨੇ। ਕਾਰਨ ਕੋਈ ਵੀ ਹੋਵੇ, ਸਿੱਟਾ ਇਹ ਨਿਕਲਦਾ ਹੈ ਕਿ ਬਹੁਤ ਸਾਰੇ ਲੋਕਾਂ ਦੇ ਰਿਜ਼ਾਈਨ ਕਰਨ ਤੋਂ ਬਾਅਦ ਕਾਫੀ ਜ਼ਿਆਦਾ ਅਸਾਮੀਆਂ ਭਰਨ ਦੀ ਕਈ ਜਿਹੜੇ ਕੰਪਨੀਜ਼ ਵਾਲੇ ਨੇ, ਖਾਸ ਤੌਰ ਤੇ ਪ੍ਰਾਈਵੇਟ ਕੰਪਨੀਜ਼ ਵਾਲੇ, ਉਹਨਾਂ ਨੂੰ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। क्योंकि कंपनी चलूगी किवें जे ਉਹਦੇ ਚ EMPLOYEES नहीं होंगे। क्योंकि ना इंसान जो है वो ज्यादातर साइकोलॉजिकल रीजंस करके ही कोई ना कोई काम शुरू भी करता है, कोई ना कोई काम ਛੱਡਦਾ ਵੀ ਹੈ। ਕਿਉਂਕਿ ਇੰਨੇ ਵਧੀਆ ਪੈਕੇਜ ਮਿਲ ਰਹੇ ਨੇ ਉਹਨਾਂ ਨੂੰ, ਔਰ ਜੋ ਐਜੂਕੇਸ਼ਨ ਹੈ ਉਹਦੇ ਮੁਤਾਬਿਕ ਉਹਨਾਂ ਨੂੰ ਕੰਮ ਮਿਲਿਆ ਹੋਇਆ ਹੈ, ਤਾਂ ਜ਼ਾਹਿਰ ਤੌਰ ਤੇ ਸਾਈਕੋਲॉजिकल ਰੀਜ਼ਨਸ ਨੇ। ਕਿਉਂਕਿ ਜਿਹੜਾ ਲੋਕਡਾਊਨ ਹੈ ਨਾ, ਸਾਡਾ ਮਨ ਬਹੁਤ ਬਦਲ ਦਿੱਤਾ ਉਹਨੇ। ਅਸੀਂ ਪਹਿਲਾਂ ਵਰਗੇ ਬੰਦੇ ਨਹੀਂ ਰਹਿ ਗਏ, ਪਹਿਲਾਂ ਵਰਗੇ ਇਨਸਾਨ ਨਹੀਂ ਰਹਿ ਗਏ। ਅਸੀਂ ਇਕੱਲਿਆਂ ਰਹਿ ਕੇ ਘਰ ਦੇ ਵਿੱਚ ਬਹੁਤ ਕੁਝ ਸੋਚਿਆ ਹੈ। ਕਈਆਂ ਲੋਕਾਂ ਨੇ ਤਾਂ ਜ਼ਿੰਦਗੀ ਦੇ ਮਤਲਬ ਤੱਕ ਸੋਚ ਲਏ ਕਿ ਹੁਣ ਤੱਕ ਇੰਨਾ ਕੰਮ ਕਰਦੇ ਰਹੇ ਯਾਰ, ਕੀ ਖਟਿਆ, ਕੀ ਨਿਕਲਿਆ ਵਿੱਚੋਂ। ਕਈ ਲੋਕ ਆਪਣੀ ਲਾਈਫ ਨੂੰ ਹੀ ਚੇਂਜ ਕਰਕੇ ਕਿਤੇ ਹੋਰ ਜਾ ਕੇ ਕਿ ਅਸੀਂ ਸ਼ਾਂਤ ਕਿਸੇ ਇਕਾਂਤ ਵਾਸੇ ਚ ਰਹੀਏ, ਚੈਨ ਨਾਲ ਰਹੀਏ, ਇਹ ਮਾਰਕੀਟ ਤੋਂ ਦੂਰ, ਇਹ ਸਾਰੀ ਖੱਪਖਾਨੇ ਤੋਂ ਦੂਰ। ਪਤਾ ਨਹੀਂ ਲੋਕਾਂ ਦੇ ਅੰਦਰ ਕੋਈ ਸੰਨਿਆਸੀ ਵੀ ਬਣ ਗਏ ਨੇ ਸ਼ਾਇਦ ਆਪਣੇ ਅੰਦਰੋਂ, ਤਾਂ ਉਹ ਸਭ ਕੁਝ ਲਾਈਫ ਦੇ ਵਿੱਚ ਚੇਂਜ ਚਾਹੁੰਦੇ ਨੇ। ਬਿਲਕੁਲ। ਤੇ ਹੁਣ ਅਗਲੀ ਖਬਰ ਲੈਂਦੇ ਹਾਂ। ਅਗਲੀ ਖਬਰ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਨਾਲ ਜੁੜੀ ਹੋਈ। ਗੁਰੂ ਸਾਹਿਬ ਦਾ ਪ੍ਰਕਾਸ਼ ਪੁਰਬ ਆ ਰਿਹਾ ਔਰ ਦੇਸ਼ਾਂ ਦੇ ਵਿੱਚ, ਵਿਦੇਸ਼ਾਂ ਦੇ ਵਿੱਚ ਹਰ ਥਾਂ ਜਿਹੜੀ ਹੈ ਇਸ ਚੀਜ਼ ਦੀ ਉਡੀਕ ਕੀਤੀ ਜਾ ਰਹੀ ਹੈ ਕਿ ਦਿਨ ਗੁਰਪੁਰਬ ਆਏਗਾ ਔਰ ਅਸੀਂ ਸ਼ਰਧਾ ਦੇ ਨਾਲ ਮਨਾਵਾਂਗੇ। ਤੇ ਨਾਲ ਦੇ ਨਾਲ ਹੁਣ ਦੱਖਣੀ ਆਸਟ੍ਰੇਲੀਆ ਦੀ ਪਾਰਲੀਮੈਂਟ ਦੇ ਵਿੱਚ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਜਾਏਗਾ, ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਨੂੰ ਮੱਦੇਨਜ਼ਰ ਰੱਖਦੇ ਹੋਏ। ਬਿਲਕੁਲ ਜੀ, ਬਾਬਾ ਨਾਨਕ ਸਭ ਦੇ ਸਾਂਝੇ ਨੇ। ਪੂਰੀ ਦੁਨੀਆ ਦੇ ਵਿੱਚ ਦੇਖੋ, ਹਰ ਥਾਂ ਦੇ ਉੱਤੇ ਉਹ ਗਏ, ਜਾ ਕੇ ਉਹਨਾਂ ਨੇ ਮਾਨਵਤਾ ਦਾ ਸੰਦੇਸ਼ ਦਿੱਤਾ ਹੈ, ਆਪਸੀ ਪ੍ਰੇਮ ਦਾ ਸੰਦੇਸ਼ ਦਿੱਤਾ ਹੈ। ਕਿੱਥੇ ਕਿੱਥੇ ਨਹੀਂ ਗਏ ਹੈਗੇ। ਉਹਨਾਂ ਦੀਆਂ ਜਿਹੜੀਆਂ ਉਦਾਸੀਆਂ ਨੇ, ਅਸੀਂ ਸਾਰੇ ਜਾਣਦੇ ਹਾਂ, 4 ਉਦਾਸੀਆਂ ਦੇ ਵਿੱਚ ਉਹ ਅਨੇਕਾਂ ਥਾਵਾਂ ਤੇ ਗਏ ਨੇ। ਤੇ ਉਹਨਾਂ ਦੀਆਂ ਉਹ ਯਾਤਰਾਵਾਂ ਸਾਡੇ ਕੋਲ ਜਿੱਥੇ ਰਿਕਾਰਡਡ ਹਿਸਟਰੀ ਮਿਲਦੀ ਹੈ, ਨਾਲ ਉਹ ਥਾਂ ਵੀ ਮਿਲਦੇ ਨੇ ਜਿੱਥੇ ਉਹਨਾਂ ਨੇ ਜਾ ਕੇ ਆਪਣੀ ਕਿਰਪਾ ਦਿੱਤੀ ਹੈ। ਉਹਨਾਂ ਦੀ ਕਿਰਪਾ ਤਾਂ ਹਰ ਥਾਂ ਤੇ ਹੀ ਹੈ, ਪਰ ਉਹਨਾਂ ਥਾਵਾਂ ਦੇ ਅਸੀਂ ਜਾ ਕੇ ਦਰਸ਼ਨ ਵੀ ਕਰਦੇ ਹਾਂ। ਹੁਣ ਇਹ ਬਹੁਤ ਵਧੀਆ ਗੱਲ ਹੈ ਕਿ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਅਨੇਕਾਂ ਦੇਸ਼ਾਂ ਵਿੱਚ ਹੋ ਰਿਹਾ ਹੈ। ਗੱਲ ਕੀ ਹੈ ਨਾ ਵਰੁਣ, ਕਿ ਜੋ ਸਾਡੀ ਸਿੱਖਿਆ ਹੈ, ਜੋ ਸਿੱਖਿਆ ਹੈ ਸਾਡੀ ਗੁਰੂ ਗ੍ਰੰਥ ਸਾਹਿਬ ਦੀ, ਕਿਉਂਕਿ ਸਿੱਖ ਧਰਮ ਤੋਂ ਲੈ ਕੇ ਅਸੀਂ ਸਿੰਘ ਧਰਮ ਤੱਕ ਆਉਨੇ ਹਾਂ, ਤਾਂ ਸਾਰੀ ਸਿੱਖਿਆ ਦੀ ਜਿਹੜੀ ਪ੍ਰਣਾਲੀ ਹੈ, ਇਹ ਜਦੋਂ ਪੂਰੀ ਦੁਨੀਆ 'ਚ ਫੈਲੇ ਤਾਂ ਪੂਰੀ ਸ਼ਾਂਤੀ ਰਵੇ। ਜਦੋਂ ਅਸੀਂ ਦੇਖਦੇ ਹਾਂ ਨਾ ਕਿ ਅਲੱਗ-ਅਲੱਗ ਇਜ਼ਮ ਆਏ ਨੇ, ਕੈਪੀਟਲਿਜ਼ਮ ਆਇਆ, ਮਾਰਕਸਿਜ਼ਮ ਆਇਆ, ਸੋਸ਼ਲਿਜ਼ਮ ਆਇਆ, ਕਿਸੇ ਕੋਲ ਪੂਰਾ ਇਲਾਜ ਨਹੀਂ ਹੈ ਇਨਸਾਨ ਦਾ, ਉਹਦੀ ਸੋਚ ਦਾ। ਕਿਸੇ ਕੋਲ ਵੀ ਪੂਰਾ ਇਲਾਜ ਨਹੀਂ ਹੈ ਕਿ ਦੁਨੀਆ ਦੇ ਵਿੱਚ ਸ਼ਾਂਤੀ ਕਿਵੇਂ ਕਾਇਮ ਹੋਵੇ। ਇਹ ਜਿਹੜੀ ਹਥਿਆਰਾਂ ਦੀ ਦੌੜ ਚੱਲਦੀ ਪਈ ਹੈ, ਇਹ ਕਿੱਦਾਂ ਇਹਨੂੰ ਠੱਲ ਪਾਈ ਜਾਵੇ। ਪਰ ਗੁਰੂ ਗ੍ਰੰਥ ਸਾਹਿਬ ਜੀ ਕੋਲ ਇਹ ਪੂਰਾ ਸਿਸਟਮ ਹੈ, ਪੂਰਾ ਇਲਾਜ ਹੈ ਸਾਡੀ ਸੋਚ ਦਾ। ਜੇ ਇਹ ਸਾਰੀ ਜਗ੍ਹਾ ਦੇ ਉੱਤੇ ਸਥਾਪਿਤ ਹੋ ਜਾਏ ਤਾਂ ਵਾਕਈ ਇਨਸਾਨ ਦੇ ਵਾਸਤੇ ਹਰ ਜਗ੍ਹਾ ਸ਼ਾਂਤੀ, ਹਰ ਜਗ੍ਹਾ ਚੈਨ ਕਾਇਮ ਹੋ ਜਾਏ। ਬਿਲਕੁਲ। ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਨੂੰ ਮੱਦੇਨਜ਼ਰ ਰੱਖਦੇ ਹੋਏ ਉਹਨਾਂ ਦੇ ਗੁਰਪੁਰਬ ਦੇ ਉੱਤੇ ਦੱਖਣੀ ਆਸਟ੍ਰੇਲੀਆ ਦੀ ਪਾਰਲੀਮੈਂਟ ਹਾਊਸ ਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਜਾਏਗਾ। ਪੂਰੀ ਮਾਣ ਤੇ ਮਰਿਆਦਾ ਦੇ ਨਾਲ ਉਹਨਾਂ ਦਾ ਪ੍ਰਕਾਸ਼ ਹੋਏਗਾ ਔਰ ਸਾਰੇ ਜਿੰਨੇ ਵੀ ਨਿਯਮ ਨੇ ਉਹਨਾਂ ਦਾ ਖਾਸ ਖਿਆਲ ਰੱਖਿਆ ਜਾਏਗਾ ਔਰ ਜੀ ਬਿਲਕੁਲ ਮਰਿਆਦਾ ਦਾ ਖਿਆਲ ਰੱਖਿਆ ਜਾਏਗਾ ਔਰ ਸੰਗਤਾਂ ਦੇ ਰੂਪ ਦੇ ਵਿੱਚ ਉਸ ਦਿਨ ਉੱਥੇ ਸਾਰਿਆਂ ਨੂੰ ਵੇਖਿਆ ਜਾਏਗਾ, ਕਿਉਂਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜਿਹੜੇ ਨੇ ਮਾਨਵ
ਮਾਨਵਤਾ ਦਾ ਸੰਦੇਸ਼ ਦਿੰਦੇ ਨੇ, ਏਕਤਾ ਦਾ ਸੰਦੇਸ਼ ਦਿੰਦੇ ਨੇ। ਬਹੁਤ ਸਾਰੇ ਗੁਰੂਆਂ ਪੀਰਾਂ ਦੀ ਜਿਹੜੀ ਬਾਣੀ ਹੈ ਉਸ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ। ਸੋ ਪਾਰਲੀਮੈਂਟ ਦੇ ਵਿੱਚ ਸਥਾਪਨਾ ਹੋਣੀ ਕਿਸੇ ਦੂਸਰੇ ਦੇਸ਼ ਦੇ ਵਿੱਚ। ਔਰ ਇਹਦੇ 'ਚ ਇੱਕ ਚੀਜ਼ ਹੋਰ ਆਪਾਂ ਐਡ ਅਪ ਕਰਾਂਗੇ ਕਿ ਜਿਹੜਾ ਇਹ ਪੂਰਾ ਸੁਪਨਾ ਹੈ ਨਾ ਦੁਨੀਆ ਦਾ, ਗਲੋਬਲਾਈਜੇਸ਼ਨ, ਬਿਲਕੁਲ ਸੰਸਾਰੀਕਰਨ, ਸਾਰੇ ਸੰਸਾਰ ਨੂੰ ਇੱਕ ਕਰ ਦਿਓ, ਵਨ ਗਵਰਨਮੈਂਟ है ना, वन करेंसी, वन कॉन्स्टिट्यूशन, सब कुछ वन वन वन, क्योंकि एक कोई धरती है, एक कोई सूरज है, एक कोई चंद्रमा है, सब कुछ एक कहता क्यों ना एक कर दिता जाए। पर एक करन दा जिहड़ा राह है ना, ये श्री गुरु ग्रंथ साहब चों ही निकलदा है। इन्हां ਦੀਆਂ ਸਿੱਖਿਆਵਾਂ ਤੇ ਚੱਲ ਕੇ ਅਸੀਂ ਇੱਕ ਹੋ ਸਕਦੇ ਹਾਂ, ਕਿਉਂਕਿ ਜਦੋਂ ਸਟਾਰਟ ਕਰਦੇ ਹਾਂ ਅਸੀਂ ਪਹਿਲੀ ਪੌੜੀ ਆਉਂਦੀ ਹੈ, ਜਦੋਂ ਸ਼ੁਰੂਆਤ ਹੁੰਦੀ ਹੈ ਉਦੋਂ ਹੀ ਅਵਲ ਅੱਲਾ ਨੂਰ ਉਪਾਇਆ, ਹੈ ਨਾ, ਉਦੋਂ ਹੀ ਇੱਕ ਦੀ ਗੱਲ ਹੁੰਦੀ ਹੈ, ਇੱਕ ਓਮਕਾਰ ਦੀ ਗੱਲ ਹੁੰਦੀ ਹੈ, ਇੱਕ ਪਿਤਾ ਇੱਕ ਇਸ ਕੇ ਹਮ ਬਾਰਿਕ ਦੀ ਗੱਲ ਹੁੰਦੀ ਹੈ। ਤਾਂ ਜਿਹੜਾ ਇੱਕ ਰਾਹ ਨਿਕਲਦਾ ਹੈ ਸਭ ਨੂੰ ਸਾਂਝਾ ਕਰਨ ਦਾ, ਸਭ ਨੂੰ ਇੱਕ ਕਰਨ ਦਾ, ਇਹ ਬਾਬਾ ਜੀ ਦੇ ਰਾਹ ਤੇ ਚੱਲ ਕੇ ਹੀ ਅਸੀਂ ਗਲੋਬਲਾਈਜੇਸ਼ਨ ਹਾਸਿਲ ਕਰ ਸਕਦੇ ਹਾਂ। ਤੇ ਹੁਣ ਚੱਲਦੇ ਹਾਂ ਅਗਲੀ ਖਬਰ ਦੇ ਵੱਲ। ਅਗਲੀ ਖਬਰ ਵੀ ਗੁਰਪੁਰਬ ਦੇ ਨਾਲ ਜੁੜੀ ਹੋਈ ਹੈ। ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਦੇ ਲਈ ਕਰੋਨਾ ਟੀਕਾਕਰਨ ਦੇ ਕੈਂਪ ਲਗਾਏ ਗਏ ਤਾਂ ਜੋ ਕਿਸੇ ਵੀ ਤਰੀਕੇ ਦੀ ਦਿੱਕਤ ਨਾ ਆਵੇ। ਬਿਲਕੁਲ ਜੀ, ਐਸਜੀਪੀਸੀ ਵੱਲੋਂ 2 ਦਿਨ ਦਾ ਕੈਂਪ ਲੱਗਿਆ ਹੈ, ਜੋ ਪਾਕਿਸਤਾਨ ਦੀ ਗਵਰਨਮੈਂਟ ਨੇ ਗਾਈਡਲਾਈਨਸ ਦਿੱਤੀਆਂ ਨੇ ਕਿ ਜੋ ਸ਼ਰਧਾਲੂ ਆਉਣਾ ਚਾਹੁੰਦੇ ਨੇ ਗੁਰੂ ਨਾਨਕ ਪਾਤਸ਼ਾਹ ਦੇ ਜਨਮ ਦਿਵਸ ਦੇ ਉੱਤੇ, ਗੁਰਪੁਰਬ ਦੇ ਉੱਤੇ, ਤਾਂ ਉਹਨਾਂ ਵਾਸਤੇ ਇਹ ਹਿਦਾਇਤਾਂ ਨੇ। ਤਾਂ ਉਹ ਹਿਦਾਇਤਾਂ ਦੇ ਮੁਤਾਬਿਕ ਹੀ ਉਹਨਾਂ ਸਾਰੇ ਸ਼ਰਧਾਲੂਆਂ ਨੂੰ ਸਾਰਾ ਚੈੱਕਅਪ ਕੀਤਾ ਜਾ ਰਿਹਾ ਹੈ ਤੇ ਉਹ ਟੀਕਾਕਰਨ ਕੀਤਾ ਜਾ ਰਿਹਾ ਹੈ। ਹੁਣ ਤੱਕ 120 ਸ਼ਰਧਾਲੂ ਹੋ ਚੁੱਕੇ ਨੇ ਜੋ ਫਸਟ ਫੇਜ਼ ਦੇ ਵਿੱਚ ਉਹਨਾਂ ਨੇ ਭੁਗਤਾਏ ਨੇ, ਤਾਂ ਇੱਕ ਅੱਛਾ ਸਾਈਨ ਹੈ। ਹਾਂ, ਜੇ ਇਹਦੇ ਉੱਤੇ ਕਰਤਾਰਪੁਰ ਸਾਹਿਬ ਦਾ ਲਾਂਘਾ ਵੀ ਖੁੱਲ ਜਾਂਦਾ ਤਾਂ ਉਹਦੇ ਬਹੁਤ ਸੋਨੇ ਤੇ ਸੁਹਾਗਾ ਗਿਫਟ ਮਿਲਦੀ ਸਾਨੂੰ। ਚਲੋ, ਜੋ ਬਾਬੇ ਦੀ ਮਰਜ਼ੀ ਜੀ। ਔਰ ਅਗਲੀ ਖਬਰ ਲੈਨੇ ਆ ਹੁਣ ਸ਼੍ਰੀ ਗੁਰੂ ਰਾਮਦਾਸ ਜੀ ਇੰਟਰਨੈਸ਼ਨਲ 에ਅਰਪੋਰਟ ਅੰਮ੍ਰਿਤਸਰ ਦੀ। ਕਹਿੰਦੇ ਨੇ ਸੰਜੀਵ ਜੀ ਹੁਣ ਉਹ ਵੀ ਪ੍ਰਾਈਵੇਟ ਹੋਣ ਲੱਗਾ ਵਾ, ਥੋੜੀ ਦੇਰ ਦੇ ਵਿਚਕਾਰ ਹੋ ਜਾਣਾ। ਤੇ ਜਿਹੜਾ ਕਾਂਗੜਾ ਦਾ ਹੈਗਾ ਹੈ ਹਿਮਾਚਲ ਪ੍ਰਦੇਸ਼ ਦਾ 에ਅਰਪੋਰਟ, ਉਹਨੂੰ ਨਾਲ ਜੋੜਿਆ ਜਾਏਗਾ। ਹਾਲਾਂਕਿ ਜੋ ਅੰਮ੍ਰਿਤਸਰ ਦਾ 에ਅਰਪੋਰਟ ਹੈ ਪ੍ਰੋਫਿਟਸ ਜਾਂਦਾ ਹੈ, ਹਿਮਾਚਲ ਪ੍ਰਦੇਸ਼ ਵਾਲਾ ਲਾਸ ਜਾਂਦਾ ਹੈ, ਪਰ ਦੋਵਾਂ ਨੂੰ ਕੰਬਾਈਨ ਕੀਤਾ ਜਾਏਗਾ। ਦੇਖੋ, ਜਿੱਥੇ ਪੰਜਾਬੀ ਹੈ ਤਾਂ ਪ੍ਰੋਫਿਟ 'ਚ ਜਾਣਾ ਹੀ ਹੈ। ਪਰ ਪਹਿਲਾਂ ਕਹਿੰਦੇ ਨੇ ਐਸੇ ਹਾਲਾਤ ਪੈਦਾ ਹੋ ਗਏ ਸੀ ਕਿ ਸਾਡਾ ਪੰਜਾਬ ਦਾ 에ਅਰਪੋਰਟ ਵੀ ਨੁਕਸਾਨ 'ਚ ਜਾਣ ਲੱਗ ਪਿਆ ਸੀ, ਕਿਉਂਕਿ ਗਵਰਨਮੈਂਟਸ ਦੀਆਂ ਪਾਲਿਸੀਜ਼ ਨੇ ਕੁਝ ਪ੍ਰਾਈਵੇਟ ਕੰਪਨੀਆਂ ਨੂੰ ਜਾਂ ਪ੍ਰਾਈਵੇਟ ਲੋਕਾਂ ਨੂੰ ਉਹਨਾਂ ਨੇ ਫਾਇਦਾ ਪਹੁੰਚਾਉਣਾ ਸੀ, ਇਸ ਕਰਕੇ ਨੁਕਸਾਨ ਹੋਣਾ। ਇਹ ਗੱਲਾਂ ਸੰਸਦ ਵਿੱਚ ਵੀ ਉੱਠੀਆਂ ਨੇ। ਪਰ ਹੁਣ ਬਹੁਤ ਵਧੀਆ ਹੈ ਕਿ ਪ੍ਰੋਫਿਟਸ ਜਾ ਰਹੇ ਆ, ਚਲੋ ਉਹ ਵੀ ਨਾਲ ਮਿਲ ਜਾਵੇ। ਜਿਹੜਾ ਨੁਕਸਾਨ 'ਚ ਜਾ ਰਿਹਾ ਤਾਂ ਦੋਵਾਂ ਦਾ ਮਿਲ ਕੇ ਪ੍ਰੋਫਿਟ ਹੋਵੇ। ਪਰ ਜਿਹੜੀਆਂ ਪ੍ਰਾਈਵੇਟ ਕੰਪਨੀਆਂ ਆਉਣਗੀਆਂ, ਨਿੱਜੀਕਰਨ ਹੋਏਗਾ, ਉਸ ਤੋਂ ਬਾਅਦ ਇਹ ਕਿਸ ਹਾਲਤ 'ਚ ਰੱਖਦੇ ਨੇ, ਕਿੰਨਾ ਖਰਚਾ ਕੀਤਾ ਜਾਂਦਾ ਹੈ, ਤੇ ਫਿਰ ਟਿਕਟਸ ਦਾ ਉਹਦੇ ਤੋਂ ਬਾਅਦ ਕੀ ਰੇਟ ਹੋਏਗਾ, ਇਹ ਸਭ ਦੇਖਣ ਦੀ ਗੱਲ ਹੋਏਗੀ ਕਿ ਕਿੰਨੀ ਜ਼ਿਆਦਾ ਇਹਦੇ 'ਚ ਮਹਿੰਗਾਈ ਕੀਤੀ ਜਾਂਦੀ ਹੈ ਟਿਕਟਸ ਦੇ ਵਿੱਚ। ਜਿੱਦਾਂ ਅੰਤਰਰਾਸ਼ਟਰੀ 에ਅਰਪੋਰਟ ਹੈ ਨਾ ਅੰਮ੍ਰਿਤਸਰ ਵਾਲਾ, ਉੱਥੇ ਕੀ ਹੋਇਆ ਸੀਗਾ ਕਿ ਪਿੱਛੇ ਜੇ ਆਪਾਂ ਗੱਲ ਕੀਤੀ ਸੀਗੀ, ਨੰਦੇੜ ਸਾਹਿਬ ਜਾਣ ਵਾਲੀਆਂ ਫਲਾਈਟਸ ਨੂੰ ਬੰਦ ਕਰ ਦਿੱਤਾ ਗਿਆ। ਪਰ ਕੱਲ੍ਹ ਇਹ ਫਿਰ ਦੁਬਾਰਾ ਖੁਸ਼ਖਬਰੀ ਆਈ ਹੈ ਕਿ ਹਫ਼ਤੇ 'ਚ ਇੱਕ ਦਿਨ ਜਿਹੜੀ ਉਹ ਫਲਾਈਟ ਹੈ ਨੰਦੇੜ ਸਾਹਿਬ ਨੂੰ ਜਾਏਗੀ, ਔਰ ਜਿਸ ਦੇ ਨਾਲ ਸੰਗਤ ਦੇ ਵਿੱਚ ਕਾਫੀ ਜ਼ਿਆਦਾ ਖੁਸ਼ੀ ਪਾਈ ਗਈ ਹੈ, ਕਿਉਂਕਿ ਐਸਜੀਪੀਸੀ ਨੇ ਵੀ ਇਸ ਦੇ ਉੱਤੇ ਸਵਾਲ ਖੜੇ ਕੀਤੇ ਸੀ, ਸਰਕਾਰ ਦੇ ਨਾਲ ਵੀ ਗੱਲਬਾਤ ਕੀਤੀ ਸੀ। ਸੋ ਉਹਨਾਂ ਨੇ ਹਫ਼ਤੇ 'ਚ ਇੱਕ ਫਲਾਈਟ ਨੂੰ ਸ਼ੁਰੂ ਕਰਨ ਦੇ ਲਈ ਜੈਸ ਕਰ ਦਿੱਤੀ ਹੈ। ਬਸ ਹੁਣ ਇਹ ਉਮੀਦ ਹੈ ਕਿ ਆਉਣ ਵਾਲੇ ਦਿਨਾਂ 'ਚ 3 ਫਲਾਈਟਸ ਹੋਰ ਸ਼ੁਰੂ ਕਰ ਦਿੱਤੀਆਂ ਜਾਣ, ਕਿਉਂਕਿ ਆਫਟਰ ਕਰੋਨਾ ਕਾਫੀ ਟਾਈਮ ਬਾਅਦ ਜਿਹੜੇ ਪੰਜਾਬੀ ਹੋਰ ਦੇਸ਼ਾਂ ਦੇ ਵਿੱਚ ਵੱਸਦੇ ਨੇ ਉਹ ਪੰਜਾਬ ਜਾਣਗੇ, ਤੇ ਪੰਜਾਬ ਜਾ ਕੇ ਉੱਥੇ ਉਹਨਾਂ ਨੂੰ ਹੁੰਦਾ ਹੈ ਕਿ ਨੰਦੇੜ ਸਾਹਿਬ ਦੇ ਦਰਸ਼ਨ ਕੀਤੇ ਜਾਣ, ਹੋਰ ਗੁਰੂ ਧਾਮਾਂ ਦੇ ਦਰਸ਼ਨ ਕੀਤੇ ਜਾਣ। ਸੋ ਕਈ ਬਜ਼ੁਰਗ ਹੈ ਟ੍ਰੇਨ ਦੇ ਵਿੱਚ ਨਹੀਂ ਸਫ਼ਰ ਕਰ ਸਕਦੇ, ਗੱਡੀਆਂ 'ਚ ਨਹੀਂ ਸਫ਼ਰ ਕਰਦੇ, ਉਹਨਾਂ ਦੇ ਲਈ ਏਅਰਪਲੇਨ ਦਾ ਸਫ਼ਰ ਹੀ ਸੁਖਾਲਾ ਹੁੰਦਾ ਹੈ। ਸੋ ਤੇ ਹੁੰਦਾ ਜ਼ਿਆਦਾ ਬਜ਼ੁਰਗਾਂ ਨੂੰ ਹੀ ਹੈ ਕਿ ਵੱਖਰੇ ਵੱਖਰੇ ਗੁਰੂ ਧਾਮਾਂ ਦੇ ਦਰਸ਼ਨ ਕੀਤੇ ਜਾਣ, ਹਨਾ, ਤੇ ਨਾਲ ਫੈਮਲੀਜ਼ ਦੇ। ਸੋ ਉਸ ਦੇ ਨਾਲ ਉਹਨਾਂ ਨੂੰ ਦੁਬਾਰਾ ਫਾਇਦਾ ਹੋਏਗਾ, ਕਿਉਂਕਿ ਜੇ ਉਹ ਫਲਾਈਟਾਂ ਨਾ ਚੱਲਦੀਆਂ ਤਾਂ ਕਾਫੀ ਜ਼ਿਆਦਾ ਨਿਰਾਸ਼ਾ ਪੈ ਜਾਣੀ ਸੀ। ਐਕਚੁਅਲੀ ਨਾ ਇਸ ਤਰ੍ਹਾਂ ਦਾ ਸਟੈਪ ਲੈਣਾ ਹੀ ਨਹੀਂ ਚਾਹੀਦਾ ਜਿੱਥੇ ਲੋਕਾਂ ਦੀਆਂ ਭਾਵਨਾਵਾਂ ਜੁੜੀਆਂ ਹੋਣ, ਜਿੱਥੇ ਧਾਰਮਿਕ ਭਾਵਨਾਵਾਂ ਜੁੜੀਆਂ ਹੋਣ, ਉਹ ਕਦੀ ਸਟਾਪ ਨਹੀਂ ਕਰਨਾ ਚਾਹੀਦਾ, ਕਿਉਂਕਿ ਲੋਕਾਂ ਦਾ ਦਿਲ ਟੁੱਟ ਜਾਂਦਾ। ਕਾਰਨ ਇਹ ਹੈ ਕਿ ਸਾਡਾ ਜਿਹੜਾ ਦੇਸ਼ ਹੈ ਨਾ, ਸਦੀਆਂ ਤੋਂ ਧਾਰਮਿਕ ਦੇਸ਼ ਹੈ। ਅਸੀਂ ਧਰਮ ਨੂੰ ਲੈ ਕੇ ਚੱਲਦੇ ਹਾਂ, ਹਰ ਗੱਲ ਦੇ ਵਿੱਚ ਧਰਮ ਨੂੰ ਲੈ ਕੇ ਚੱਲਦੇ ਹਾਂ, ਹੈ ਨਾ, ਕਿਉਂਕਿ ਧਾਰਮਿਕ ਸਿੱਖਿਆ ਸਾਨੂੰ ਘਰ ਤੋਂ ਹੀ ਮਿਲਦੀ, ਸਾਡੇ ਸੰਸਕਾਰਾਂ 'ਚ ਗੁੜਤੀ 'ਚ ਸਾਨੂੰ। ਤਾਂ ਇਸ ਕਰਕੇ ਜਿਹੜੇ ਫਲਾਈਟਾਂ ਬੰਦ ਕਰਦੇ ਵੀ ਨੇ ਉਹਨਾਂ ਨੂੰ ਵੀ ਧਰਮ ਦੀ ਸਿੱਖਿਆ ਮਿਲੀ ਹੋਈ ਹੈ, ਪਰ ਪਤਾ ਨਹੀਂ ਕਿਹੜੀਆਂ ਮਜਬੂਰੀਆਂ ਹੋ ਜਾਂਦੀਆਂ ਨੇ, ਜਿਹੜੀਆਂ ਭਾਵਨਾਵਾਂ ਨਾਲ ਖੇਡਦੇ ਨੇ, ਬਾਅਦ ਫੇਰ ਦੇਖੋ ਖੋਲਣੀਆਂ ਪੈਂਦੀਆਂ ਨੇ ਉਹਨਾਂ ਨੂੰ ਫਲਾਈਟਾਂ। ਤਾਂ ਇਸ ਤਰ੍ਹਾਂ ਦੇ ਕਦਮ ਜੇ ਨਾ ਹੀ ਚੁੱਕਣ ਤਾਂ ਕਿਉਂ ਸੰਗਤਾਂ ਦਾ ਦਿਲ ਦੁਖੇ, ਤਾਂ ਕਿਉਂ ਉਹਨਾਂ ਦਾ ਵੀ ਦਿਲ ਦੁਖੇ ਜਿਹਨਾਂ ਅਥਾਰਟੀਜ਼ ਨੇ ਇਹਦੇ ਉੱਤੇ ਸਾਈਨ ਕਰਨੇ ਨੇ, ਕਲਮ ਚਲਾਉਣੀ ਆ। ਤਾਂ ਸਿੱਧੀ ਸਾਦੀ ਗੱਲ ਹੈ, ਜਿੱਥੇ ਧਾਰਮਿਕ ਭਾਵਨਾਵਾਂ ਨੇ ਨਾ, ਉੱਥੇ ਤਾਂ ਹਮੇਸ਼ਾ ਦਰਵਾਜ਼ੇ ਖੁੱਲੇ ਰਹਿਣੇ ਚਾਹੀਦੇ ਨੇ। ਜਿੱਦਾਂ ਸਾਡੇ ਮਹਾਂਪੁਰਖਾਂ ਨੇ ਕਿਹਾ ਹੈ ਕਿ
ਜੋ ਜੀ ਆਵੇ ਸੋ ਰਾਜੀ ਜਾਵੇ। ਅਗਲੀ ਖਬਰ ਲੈਨੇ ਆ ਦਿੱਲੀ ਦੀ ਖਬਰ ਮੈਂ ਇਸ ਲਈ ਲੈ ਰਹੀ ਹਾਂ ਕਿਉਂਕਿ ਇੱਕ ਤਾਂ ਉੱਥੇ ਪ੍ਰਦੂਸ਼ਣ ਦਾ ਲੈਵਲ ਬਹੁਤ ਵੱਧ ਗਿਆ ਤੇ ਦੂਸਰਾ ਬਹੁਤ ਸਾਰੇ ਜਿਹੜੇ ਸਾਡੇ ਪੰਜਾਬੀ ਭਾਈਚਾਰੇ ਦੇ ਲੋਕ ਆ ਉਹਨਾਂ ਨੇ ਪਹਿਲਾਂ ਦਿੱਲੀ 에ਅਰਪੋਰਟ ਤੇ ਆਉਣਾ ਹੁੰਦਾ। ਦਿੱਲੀ 에ਅਰਪੋਰਟ ਤੋਂ ਪੰਜਾਬ ਪਹੁੰਚਦੇ ਨੇ ਕਿਉਂਕਿ ਅਮਰੀਕਾ ਕੈਨੇਡਾ ਸਿੱਧੀਆਂ ਅੰਮ੍ਰਿਤਸਰ ਤੋਂ ਫਲਾਈਟਸ ਨਹੀਂ ਚੱਲਦੀਆਂ, ਦਿੱਲੀ 에ਅਰਪੋਰਟ ਆਉਣਾ ਹੀ ਆਉਣਾ ਹੈ। ਹੁਣ ਗੱਲ ਇਹ ਹੈ ਕਿ ਉਹਨਾਂ ਦਾ ਦਿੱਲੀ 에ਅਰਪੋਰਟ ਵਾਲਿਆਂ ਦਾ ਪ੍ਰਦੂਸ਼ਣ ਦੇ ਨਾਲ ਕੀ ਸੰਬੰਧ ਹੈ? ਸੰਬੰਧ ਇਹ ਹੈ ਕਿ ਉਹਨਾਂ ਨੇ 에ਅਰਪੋਰਟ ਤੋਂ ਹੋ ਕੇ ਜਦੋਂ ਪੰਜਾਬ ਆਉਣਾ ਤਾਂ ਦਿੱਲੀ ਚੋਂ ਗੁਜ਼ਰਦੇ ਹੋਏ ਆਉਣਾ, ਸੋ ਸਾਹ ਲੈਣਾ ਉਹਨਾਂ ਨੇ। ਸੋ ਸਾਹ ਲੈਣ ਦੇ ਵਿੱਚ ਦਿੱਕਤ ਨਾ ਹੋਵੇ, ਪਹਿਲੀ ਗੱਲ ਤਾਂ ਆਪਣਾ ਮਾਸਕ ਆਪਣੇ ਨਾਲ ਜ਼ਰੂਰ ਰੱਖਿਓ ਕਿਉਂਕਿ ਮਾਸਕ ਰੱਖਣਾ ਬਹੁਤ ਜ਼ਰੂਰੀ ਹੈ। ਜਿਸ ਲੈਵਲ ਦਾ ਦਿੱਲੀ 'ਚ ਪ੍ਰਦੂਸ਼ਣ ਫੈਲ ਚੁੱਕਿਆ ਕਿਉਂਕਿ ਉੱਥੇ ਸਕੂਲ ਬੰਦ ਕਰਨੇ ਪਏ ਨੇ, ਕਾਲਜ ਬੰਦ ਕਰਨੇ ਪਏ ਨੇ, ਸਰਕਾਰੀ ਦਫ਼ਤਰ ਬੰਦ ਕਰਨੇ ਪਏ ਨੇ, ਵਰਕ ਫਰੋਮ ਹੋਮ ਦੀ ਗੱਲ ਸ਼ੁਰੂ ਹੋ ਗਈ ਹੈ। ਪ੍ਰਦੂਸ਼ਣ ਦਾ ਲੈਵਲ ਖਾਸ ਤੌਰ ਤੇ ਆਫਟਰ ਦੀਵਾਲੀ ਬਹੁਤ ਉੱਚਾ ਹੋ ਚੁੱਕਿਆ। ਪਹਿਲਾਂ ਮੈਨੂੰ ਇਹ ਦੱਸੋ, ਇਹ ਗ੍ਰੀਨ ਪਟਾਕੇ ਕਿਹੜੇ ਹੁੰਦੇ ਨੇ? ਪਤਾ ਨਹੀਂ ਬਈ, ਮੈਂ ਤਾਂ ਪਹਿਲੀ ਵਾਰੀ ਸੁਣਿਆ, ਸ਼ਾਇਦ ਉਹ ਹਰੇ ਰੰਗ ਦੇ ਹੋਣਗੇ। ਉਹਦੇ ਨਾਲ ਕਹਿੰਦੇ ਸੀ ਪੋਲਿਊਸ਼ਨ ਨਹੀਂ ਹੋਣਾ। ਹਾਂ, ਹਰੇ ਰੰਗ ਦੇ ਹੋਣੇ ਆ ਨਾ। ਦੂਜਾ ਸੁਪਰੀਮ ਕੋਰਟ ਨੇ ਬੜੇ ਸਖਤ ਕਦਮ ਚੁੱਕੇ ਸੀ, ਉਹਦੀ ਵੀ ਕੋਈ ਨਹੀਂ ਸੁਣਦਾ, ਠੀਕ ਹੈ ਨਾ। ਤੇ ਗ੍ਰੀਨ ਪਟਾਕਿਆਂ ਦਾ ਰਿਜ਼ਲਟ ਅਸੀਂ ਦੇਖ ਰਹੇ ਹਾਂ। ਤਾਂ ਹੁਣ ਕੁੱਲ ਮਿਲਾ ਕੇ ਗੱਲ ਕਿੱਥੇ ਹੁੰਦੀ ਹੈ? ਪਬਲਿਕ ਤੇ ਹੁੰਦੀ ਹੈ। ਹੁਣ ਪਬਲਿਕ ਨੂੰ ਇਹ ਸਮਝ ਕਿਉਂ ਨਹੀਂ ਆਉਂਦੀ ਕਿ ਇੰਨਾ ਪੋਲਿਊਸ਼ਨ, ਜਿਹੜੇ ਬਿਮਾਰ ਲੋਕ ਨੇ, ਜਿਹੜੇ ਮੈਂ ਤੁਹਾਡੀ ਗੱਲ ਰੋਕਦੀ ਆ। ਮੈਂ ਕਿਤੇ ਬੈਠੀ ਹੋਈ ਸੀ, ਉੱਥੇ ਇੱਕ ਸੱਜਣ ਆਏ, ਕਹਿੰਦੇ ਬਈ ਪੋਲਿਊਸ਼ਨ ਬਹੁਤ ਜ਼ਿਆਦਾ ਹੋ ਗਿਆ। ਹੁਣ ਤਾਂ ਪੰਜਾਬ ਦੀ ਗੱਲ ਕਰ ਰਹੀ ਆ, ਮਤਲਬ ਕਿ ਮੀਂਹ ਪਊਗਾ ਤਾਂ ਠੀਕ ਹੋਊਗਾ। ਤੇ ਇੱਕ ਕੋਲ ਸੱਜਣ ਕਹਿੰਦੇ ਸਾਰਾ ਪੋਲਿਊਸ਼ਨ ਹੀ ਪਰਾਲੀ ਦਾ ਹੈ। ਓ ਗॉड, ਜਿਹੜੀ ਪਰਾਲੀ ਨੂੰ ਅੱਗ ਲਾਉਂਦੇ ਆ, ਸਾਰਾ ਪੋਲਿਊਸ਼ਨ ਹੀ ਇਹਨੇ ਫੈਲਾਇਆ ਆ। ਮੈਂ ਉਸ ਇਨਸਾਨ ਦੇ ਮੂੰਹ ਵੱਲ ਦੇਖ ਰਹੀ ਸੀ। ਨੰਬਰ 1 ਗੱਲ ਬਿਲਕੁਲ ਸਹੀ ਆ, ਪਰਾਲੀ ਨੂੰ ਅੱਗ ਬਿਲਕੁਲ ਨਹੀਂ ਲਾਉਣੀ ਚਾਹੀਦੀ। ਇੱਕ ਤਾਂ ਤੁਹਾਡੀ ਜ਼ਮੀਨ ਦੀ ਉਪਜਾਊ ਸ਼ਕਤੀ ਘਟਦੀ ਹੈ, ਕਿੰਨੇ ਨਿਰਦੋਸ਼ ਜੀਵ ਜੰਤੂ ਮਾਰੇ ਜਾਂਦੇ ਆ ਸੜ ਕੇ, ਹਨਾ, ਅੱਗ ਦੇ ਨਾਲ। ਦੂਸਰਾ, ਪਰਿਆਵਰਨ ਦਾ ਨੁਕਸਾਨ ਹੁੰਦਾ ਹੈ। ਪਰਾਲੀ ਨੂੰ ਅੱਗ ਲਾਉਣੀ ਸਰਾਸਰ ਗਲਤ ਹੈ, ਪਰ ਕੇਵਲ ਇਹ ਕਹਿਣਾ ਕਿ ਇੰਡੀਆ ਦੇ ਵਿੱਚ ਪੋਲਿਊਸ਼ਨ ਦਾ ਕਾਰਨ ਹੀ ਪਰਾਲੀ ਨੂੰ ਅੱਗ ਲਾਉਣਾ ਹੈ। ਦੇਖੋ ਤੁਸੀਂ ਮਾਨਸਿਕਤਾ ਦੇਖੋ, ਇੰਨੀਆਂ ਫੈਕਟਰੀਆਂ ਦਾ ਰੋਜ਼ ਧੂਆਂ, ਪਤਾ ਨਹੀਂ ਕਿੰਨਾ ਕਿੰਨਾ ਧੂਆਂ ਫੈਕਟਰੀਆਂ ਚੋਂ ਨਿਕਲਦਾ ਹੈ, ਹਨਾ। ਕਹਿੰਦੇ ਨੇ ਕਿ ਚਾਈਨਾ ਦੇ ਵਿੱਚ ਨਾ ਜਦੋਂ ਕੋਈ ਫੈਸ਼ਨ ਚੱਲਦਾ ਹੋਵੇ, ਕਿ ਮੰਨ ਲਓ ਆਪਾਂ ਪੁੱਛਦੇ ਹਾਂ ਕਿ ਟ੍ਰੈਂਡ ਦੇ ਵਿੱਚ ਅੱਜਕੱਲ ਕਿਹੜੇ ਰੰਗ ਚੱਲ ਰਹੇ ਆ, ਉਦਾਹਰਨ ਦੇ ਤੌਰ ਤੇ ਚਾਈਨਾ ਦੇ ਵਿੱਚ ਅੱਜਕੱਲ, ਮੈਂ ਪਿੰਕ ਪਾਇਆ ਹੋਇਆ, ਮੈਂ ਪਿੰਕ ਦੀ ਗੱਲ ਕਰ ਦਿੰਦੀ ਹਾਂ, ਪਿੰਕ ਟ੍ਰੈਂਡ ਆ ਗਿਆ ਵਰਲਡ ਦੇ ਵਿੱਚ ਤੇ ਚਾਈਨਾ ਦੀਆਂ ਨਦੀਆਂ ਗੁਲਾਬੀ ਹੋ ਜਾਂਦੀਆਂ। ਇੰਨਾ ਪੋਲਿਊਸ਼ਨ ਉਹਨਾਂ ਫੈਕਟਰੀਜ਼ ਦੇ ਵਿੱਚੋਂ ਨਿਕਲਦਾ ਹੈ ਫੈਸ਼ਨ ਦੇ ਨਾਮ ਦੇ, ਹੋਰ ਚੀਜ਼ਾਂ ਦੇ ਨਾਮ ਤੇ। ਤਾਂ ਕੇਵਲ ਇਹ ਕਹਿ ਦੇਣਾ ਕਿ ਕਿਸਾਨਾਂ ਦੀ ਪਰਾਲੀ ਦੇ ਨਾਲ ਹੀ ਪੋਲਿਊਸ਼ਨ ਹੈ, ਬਿਲਕੁਲ ਗਲਤ ਹੈ। ਐਕਚੁਅਲੀ ਸੋਝੀ ਹੋਣੀ ਚਾਹੀਦੀ ਹੈ ਆਮ ਪਬਲਿਕ ਨੂੰ ਵੀ ਤੁਸੀਂ ਕਰਦੇ ਕੀ ਪਏ ਹੋ। ਪੋਲਿਊਸ਼ਨ ਦਾ ਨੁਕਸਾਨ ਕਿਹਨੂੰ ਹੈ? ਤੁਹਾਨੂੰ ਖੁਦ। ਹੁਣ ਜਿਹੜਾ ਬੰਦਾ ਪਟਾਕੇ ਚਲਾਉਂਦਾ ਪਿਆ, ਫੁੱਲਝੜੀਆਂ ਚਲਾਉਂਦਾ ਪਿਆ, ਉਹ ਚੜਦੀ ਵੀ ਤਾਂ ਪਈ ਹੈ ਨਾ ਉਹਨੂੰ ਗੈਸ, ਖੁਦ ਨੂੰ ਵੀ ਚੜ ਰਹੀ ਹੈ। ਬਿਲਕੁਲ, ਤਾਂ ਰੋਕੇਗਾ ਨਹੀਂ, ਤਾਂ ਉਹਨੂੰ ਖੁਦ ਨੂੰ ਚੜਦੀ ਪਈ ਹੈ। ਪਹਿਲਾਂ ਤਾਂ ਸਭ ਤੋਂ ਪਹਿਲਾਂ ਉਹਨੂੰ ਨੁਕਸਾਨ ਜਿਹੜਾ ਚਲਾਉਂਦਾ ਪਿਆ, ਫਿਰ ਜਿਹੜੇ ਆਲੇ ਦੁਆਲੇ ਮੌਜੂਦ ਨੇ ਬੱਚੇ, ਬਜ਼ੁਰਗ, ਪਰਿਵਾਰ ਦੇ ਮੈਂਬਰ, ਉਹਨਾਂ ਨੂੰ ਨੁਕਸਾਨ, ਕਿਉਂਕਿ ਉਹ ਦੇਖਦੇ ਪਏ ਨੇ, ਤਾੜੀਆਂ ਮਾਰਦੇ ਪਏ ਨੇ, ਖੁਸ਼ ਹੁੰਦੇ ਪਏ ਨੇ, ਉਹਨਾਂ ਨੂੰ ਵੀ ਗੈਸ ਚੜਦੀ ਪਈ ਹੈ। ਆਂਢ ਗੁਆਂਢ ਨੂੰ ਵੀ ਨੁਕਸਾਨ, ਕਿਹਨੂੰ ਨੁਕਸਾਨ ਨਹੀਂ ਹੈ? ਔਰ ਦਿੱਲੀ 'ਚ ਤਾਂ ਨੁਕਸਾਨ ਦਾ ਲੈਵਲ ਦੇਖ ਲਓ ਕੀ ਹੋ ਗਿਆ, ਜ਼ਿਆਦਾ ਹੈ। ਹੁਣ ਜਿਹੜੇ ਕਰਮਚਾਰੀ ਉਹ ਕੰਟਰੋਲ ਕਰਨ ਜਾ ਰਹੇ ਨੇ, ਉਹਨਾਂ ਨੂੰ ਕਿੰਨਾ ਨੁਕਸਾਨ। ਮਤਲਬ ਬੇਸਿਕ ਸੋਝੀ ਸਾਨੂੰ ਕਿਵੇਂ ਆਏਗੀ? ਫਿਰ ਉੱਥੇ ਗੱਲ ਆ ਜਾਂਦੀ, ਕਹਿੰਦੇ ਨੇ ਕਿ ਇਨਸਾਨ ਸਭ ਤੋਂ ਸੂਝਵਾਨ ਬਣਾਇਆ ਹੈ ਕੁਦਰਤ ਨੇ, ਸਭ ਤੋਂ ਇੰਟੈਲੀਜੈਂਟ ਬਣਾਇਆ ਹੈ ਕੁਦਰਤ ਨੇ। ਆਹ ਦੇਖ ਲਓ ਇੰਟੈਲੀਜੈਂਸ। ਹੁਣ ਇੱਥੇ ਪਟਾਕੇ ਚਲਾਉਣ ਦਾ ਸ਼ੌਕ ਹੈ ਇਹਨਾਂ ਨੂੰ, ਠਾ ਠਾ ਲੱਗੇ ਹੋਏ ਨੇ, ਕੀ ਹੈ ਰੌਲਾ ਕਿਉਂ ਪਾਇਆ ਹੋਇਆ? ਤੇ ਉਵੇਂ ਹੀ ਵੱਡੇ ਵੱਡੇ ਮੁਲਕਾਂ ਨੂੰ ਐਟਮ ਬੰਬ ਬਣਾਉਣ ਦਾ ਸ਼ੌਕ ਹੈ ਨਾ, ਉਹ ਵੀ ਬਣਾ ਰਹੇ ਨੇ ਕਿ ਆਵਾਜ਼ ਦੀ ਰਫ਼ਤਾਰ ਤੋਂ ਵੀ ਤੇਜ਼ ਮਿਜ਼ਾਈਲ ਜਾਏਗੀ, ਜਿਹੜੀ ਐਟਮ ਬੰਬ ਲੈ ਕੇ ਜਾਏਗੀ, ਸੁੱਟ ਕੇ ਆਏਗੀ। ਮਤਲਬ ਗੱਲ ਇਹ ਹੈ ਕਿ ਇਨਸਾਨ ਬੇਸਿਕਲੀ ਸ਼ੋਰ ਪਸੰਦ ਹੋ ਗਿਆ, ਠੀਕ ਹੈ ਨਾ। ਜਿਹੜੇ ਹੁਣ ਕੋਈ ਵੀ ਪ੍ਰੋਗਰਾਮ ਹੋਏਗਾ ਉੱਥੇ ਵੀ ਪਟਾਕੇ ਚੱਲਦੇ ਨੇ, ਕੋਈ ਵੀ ਪ੍ਰੋਗਰਾਮ ਹੋਏਗਾ ਉੱਥੇ ਵੀ ਆਤਿਸ਼ਬਾਜ਼ੀ, ਵਿਆਹਾਂ ਤੇ ਆਤਿਸ਼ਬਾਜ਼ੀ। ਈਵਨ ਹੁਣ ਪ੍ਰਭਾਤ ਫੇਰੀਆਂ ਸ਼ੁਰੂ ਹੋਈਆਂ ਨੇ, ਤੁਸੀਂ ਦੇਖੋ ਉੱਥੇ ਵੀ ਕਈ ਬੱਚੇ ਆਤਿਸ਼ਬਾਜ਼ੀ ਜਾਂ ਪਟਾਕੇ ਚਲਾਉਂਦੇ ਨੇ ਸਵੇਰੇ 4 ਵਜੇ। ਨਾਲੇ ਦੇਖੋ ਗੁਰੂ ਸਾਹਿਬ ਨੇ ਸਭ ਤੋਂ ਪਹਿਲਾਂ ਪਰਿਆਵਰਣ ਨੂੰ ਮਹੱਤਤਾ ਦਿੱਤੀ ਹੈ। ਪਵਨ ਗੁਰੂ ਪਾਣੀ ਪਿਤਾ, ਮਾਤਾ ਧਰਤ ਮਹੱਤ, ਬਿਲਕੁਲ, ਹਨਾ। ਸੋ ਜਿਸ ਹਵਾ ਨੂੰ ਗੁਰੂ ਕਿਹਾ ਗਿਆ, ਜਿਸ ਪਵਨ ਨੂੰ ਗੁਰੂ ਕਿਹਾ ਗਿਆ, ਉਸ ਨੂੰ ਅਸੀਂ ਇਸ ਪ੍ਰਦੂਸ਼ਣ ਦੇ ਨਾਲ ਕਿੰਨਾ ਖਰਾਬ ਕਰ ਰਹੇ ਹਾਂ, ਗੁਰੂ ਨੂੰ ਖਰਾਬ ਕਰ ਰਹੇ ਹਾਂ। ਤਾਂ ਟੋਟਲ ਗੱਲ ਇਹ ਹੈ, ਸ਼ੋਰ ਪਸੰਦ ਹੈਗੇ ਹਾਂ। ਬਚਪਨ ਤੋਂ ਸਾਨੂੰ ਪਟਾਕਿਆਂ ਦੀ ਆਵਾਜ਼ ਜ਼ੋਰ ਜ਼ੋਰ ਦੀ ਗੂੰਜਣੀ ਪਸੰਦ ਹੈ। ਕਈ ਤਾਂ ਉਹਦੇ ਉੱਤੇ ਕੋਈ ਡੱਬੇ ਵੀ ਰੱਖ ਦੇਣਗੇ ਤਾਂ ਕਿ ਆਵਾਜ਼ ਹੋਰ ਗੂੰਜੇ, ਹੈ ਨਾ, ਖਤਰਨਾਕ ਤਰੀਕੇ ਨਾਲ। ਡੱਬਾ ਉੱਡ ਕੇ ਉੱਪਰ ਜਾਂਦਾ, ਬੜੇ ਖੁਸ਼ ਹੁੰਦੇ ਨੇ, ਪੰਜਾਬ ਕੀ ਤਮਾਸ਼ਾ। ਹੁਣ ਆ ਹੋ ਗਿਆ। ਉਸੇ ਤਰ੍ਹਾਂ ਹੁਣ ਜਦੋਂ ਉਹ ਬੱਚੇ ਵੱਡੇ ਹੁੰਦੇ ਨੇ, ਦੇਸ਼ ਦੇ ਕੋਈ ਵੱਡੇ ਅਹੁਦੇ ਤੇ ਬਹਿੰਦੇ ਨੇ, ਤਾਂ ਉਹਨਾਂ ਨੂੰ ਉੱਥੇ ਬੰਬ ਬਣਾਉਣ ਦਾ ਸ਼ੌਕ ਹੈ, ਵੱਡੀਆਂ ਵੱਡੀਆਂ ਮਿਜ਼ਾਈਲਾਂ ਬਣਾਉਣ ਦਾ ਸ਼ੌਕ ਹੈ, ਹਥਿਆਰਾਂ ਦੀ ਦੌੜ ਚੱਲਦੀ ਪਈ ਹੈ। ਹੁਣ ਟੋਟਲ ਇਹ ਇਨਸਾਨ ਦੀ ਸੋਚ ਕਿੱਧਰ ਜਾ ਰਹੀ ਹੈ? ਗੁਰੂ ਸਾਹਿਬ ਦੀ ਆਪਾਂ ਗੱਲ ਕਰ ਰਹੇ ਹਾਂ, ਬਲਿਹਾਰੀ ਕੁਦਰਤ ਵਸਿਆ। ਹੁਣ ਉਸ
ਕੁਦਰਤ ਦੀ ਗੱਲ ਹੋ ਰਹੀ ਹੈ, ਉਸ ਪਰਮ ਪਿਤਾ ਦੀ ਗੱਲ ਹੋ ਰਹੀ ਹੈ, ਵਾਹਿਗੁਰੂ ਦੀ ਗੱਲ ਹੋ ਰਹੀ ਹੈ ਜੋ ਕੁਦਰਤ ਵਿੱਚ ਵਸਦਾ ਹੈ, ਤਾਂ ਅਸੀਂ ਉਸੇ ਕੁਦਰਤ ਨੂੰ ਖਰਾਬ ਕਰਦੇ। ਆਪਾਂ ਦੇਖਦੇ ਹਾਂ ਕਿ ਜਿਹੜੀਆਂ ਵਰਲਡ ਵਾਰਸ ਵੀ ਹੋਈਆਂ, ਹੀਰੋਸ਼ੀਮਾ ਨਾਗਾਸਾਕੀ ਦੇ ਉੱਤੇ ਐਟਮ ਬੰਬ ਸਿੱਟੇ ਗਏ, ਅਸਰ ਹਜੇ ਤੱਕ ਵੀ ਹੈ। ਹੁਣ ਕਹਿੰਦੇ ਨੇ ਉਹ ਬੰਬਾਂ ਦਾ ਜਿਹੜਾ ਹੈ ਲੈਵਲ 10,000 ਗੁਣਾ ਜ਼ਿਆਦਾ ਹੋ ਚੁੱਕਾ ਹੈ। ਅੱਜ ਤੋਂ 5-6 ਸਾਲ ਪਹਿਲਾਂ ਦੀ ਗੱਲ ਦੱਸਦੀ ਹਾਂ, ਜਦੋਂ ਦਿੱਲੀ ਜਾਣਾ ਹੁੰਦਾ ਸੀ ਤਾਂ ਕਹਿੰਦੇ ਸੀ ਮਾਸਕ ਪਾ ਕੇ ਜਾਇਓ, ਦਿੱਲੀ 'ਚ ਪ੍ਰਦੂਸ਼ਣ ਬਹੁਤ ਆ। ਹੁਣ ਆਫਟਰ 4-5 ਇਅਰਸ ਪ੍ਰਦੂਸ਼ਣ ਦਾ ਲੈਵਲ ਦੇਖ ਲਓ ਕੀ ਹੋ ਗਿਆ। ਕਦੇ ਸੋਚਿਆ ਸੀ ਜਦੋਂ ਆਪਾਂ ਨਿੱਕੇ ਸੀਗੇ ਕਿ ਇੱਕ ਦਿਨ ਕਹਿਣਗੇ ਕਿ ਹਵਾ ਇੰਨੀ ਪ੍ਰਦੂਸ਼ਿਤ ਹੋ ਗਈ, ਤੁਹਾਨੂੰ ਛੁੱਟੀਆਂ ਹੋ ਗਈਆਂ। ਇਹ ਗੱਲਾਂ ਸਾਡੀ ਸੋਚ ਤੋਂ ਕਈ ਗੁਣਾ ਪਰਾਂ ਸੀ, ਜਾਂ ਸਾਡੀ ਸੋਚ ਵਿੱਚ ਹੀ ਨਹੀਂ ਸੀਗੀਆਂ ਕਿ ਇਦਾਂ ਵੀ ਹੋਏਗਾ ਕਿ ਇੱਕ ਦਿਨ ਹਵਾ ਗੰਦੀ ਹੋ ਜਾਣੀ ਹੈ ਤੇ ਤੁਹਾਨੂੰ ਘਰੇ ਛੁੱਟੀਆਂ ਕਰਨੀਆਂ ਪੈਣੀਆਂ। ਤੁਹਾਨੂੰ ਯਾਦ ਹੈ ਮੇਰੇ ਹਿਸਾਬ ਦੇ ਨਾਲ 2-3 ਸਾਲ ਪਹਿਲਾਂ ਦੀ ਗੱਲ ਹੈ, 3 ਸਾਲ ਪਹਿਲਾਂ ਦੀ ਗੱਲ ਹੋਣੀ ਹੈ, 2-3 ਦਿਨ ਲਗਾਤਾਰ ਇੰਡੀਆ ਦੇ ਵਿੱਚ ਧੂਆਂ ਹੀ ਧੂਆਂ ਰਿਹਾ ਸੀ। ਯਾਦ ਹੈ ਤੁਹਾਨੂੰ? ਮਤਲਬ ਇੰਨਾ ਜ਼ਿਆਦਾ ਪੋਲਿਊਸ਼ਨ ਹਵਾ 'ਚ ਰਿਹਾ ਸੀ ਕਿ ਲੋਕਾਂ ਨੂੰ ਸਾਹ ਲੈਣ 'ਚ ਦਿੱਕਤ ਹੋਣ ਲੱਗ ਗਈ ਸੀ, ਔਰ ਵੇਟ ਕਰਦੇ ਹੁੰਦੇ ਸੀਗੇ ਕਿ ਕਦੋਂ ਬਾਰਿਸ਼ ਹੋਵੇ ਤਾਂ ਇਹ ਧੂਆਂ ਖਤਮ ਹੋਵੇ। ਲਗਾਤਾਰ 3-4 ਦਿਨਾਂ ਦੇ ਲਈ ਉਹ ਧੂਆਂ ਇੱਕਦਮ ਸਟਕ ਹੋ ਗਿਆ ਸੀ, ਦਿਨ ਰਾਤ ਏਦਾਂ ਲੱਗਦਾ ਸੀ ਧੁੰਦ ਹੋਰ ਚੀਜ਼ ਹੈ, ਧੂਆਂ ਹੋਰ ਚੀਜ਼ ਹੈ, ਸੋ ਧੂਆਂ ਹੋਇਆ ਸੀ। ਫਿਰ ਉਸ ਤੋਂ ਕੁਝ ਸਮੇਂ ਬਾਅਦ, ਜੇ ਤੁਹਾਨੂੰ ਯਾਦ ਹੋਵੇ, ਧੂੜ ਹੋ ਗਈ ਸੀ ਹਵਾ। ਬਿਲਕੁਲ ਹੋਈ ਸੀ ਨਾ, ਉਹ ਵੀ 3-4 ਦਿਨ ਧੂੜ ਰਹੀ ਸੀ, ਲਗਾਤਾਰ ਧੂੜ ਰਹੀ ਸੀ। ਸੋ ਇਹ ਸਾਡੇ ਕੰਮਾਂ ਦਾ ਹੀ ਨਤੀਜਾ ਆ ਨਾ, ਅਸੀਂ ਜੋ ਭੁਗਤ ਰਹੇ ਹਾਂ। ਅੱਜ ਅਸੀਂ ਕੁਦਰਤ ਨੂੰ ਸੁੱਖ ਦਾ ਸਾਹ ਨਹੀਂ ਲੈਣ ਦੇ ਰਹੇ ਤੇ ਆਉਣ ਵਾਲੇ ਟਾਈਮ ਦੇ ਵਿੱਚ ਫਿਰ ਕੁਦਰਤ ਸਾਨੂੰ ਸਾਹ ਲੈਣ ਜੋਗਾ ਨਹੀਂ ਛੱਡਦੀ। ਬਿਲਕੁਲ ਦੇਖੋ ਨਾ, ਹੁਣ ਜਦੋਂ ਆਪਣਾ ਲੋਕਡਾਊਨ ਚੱਲ ਰਿਹਾ ਸੀ ਕੋਵਿਡ ਕਰਕੇ, ਪ੍ਰਦੂਸ਼ਣ ਬਿਲਕੁਲ ਖਤਮ ਹੋ ਗਿਆ ਤੇ ਸਾਨੂੰ ਜਲੰਧਰ ਤੋਂ ਕਸੌਲੀ ਦੀਆਂ ਪਹਾੜੀਆਂ ਦੇਖਣ ਲੱਗ ਗਈਆਂ ਸੀ। ਇਹ ਯਾਦ ਹੈ, ਮੈਨੂੰ ਯਾਦ ਹੈ ਕਿ ਜਦੋਂ ਜਲੰਧਰ ਤੋਂ ਪਹਾੜ ਦਿਖਣ ਲੱਗੇ ਹਰ ਨਿਊਜ਼ਪੇਪਰ ਦੇ ਵਿੱਚ, ਇੰਟਰਨੈਟ ਦੇ ਉੱਤੇ, ਕਿ ਜਲੰਧਰ ਤੋਂ ਪਹਾੜ ਦਿਖ ਰਹੇ ਆ। ਅਸਲ 'ਚ ਨਾ ਨਵਾਂ ਸ਼ਹਿਰ ਦੇ ਕੋਲੋਂ ਅਨੰਦਪੁਰ ਸਾਹਿਬ ਦੇ ਪਹਾੜ ਕਿਸੇ ਸਮੇਂ ਸਾਫ਼ ਦਿਖਦੇ ਹੁੰਦੇ ਸੀ। ਬੰਗੇ ਤੋਂ ਅਨੰਦਪੁਰ ਸਾਹਿਬ ਦੇ ਪਹਾੜ ਸਾਫ਼ ਦਿਖਦੇ ਹੁੰਦੇ ਸੀ। ਜਿੱਦਾਂ ਹੀ ਤੁਸੀਂ ਬੰਗੇ ਪਹੁੰਚਦੇ ਹੋ ਨਾ, ਤੁਹਾਨੂੰ ਸਾਰੇ ਨੈਣਾ ਦੇਵੀ ਵਾਲੇ ਪਹਾੜ ਨਜ਼ਰ ਆਉਣ ਲੱਗ ਜਾਂਦੇ ਨੇ। ਤੇ ਜਦੋਂ ਇੱਕਦਮ ਬਾਰਿਸ਼ ਪਈ ਹੁੰਦੀ ਹੈ, ਸਾਰਾ ਕੁਝ ਖਤਮ ਹੋਇਆ ਹੁੰਦਾ ਹੈ, ਉਹੀ ਬੰਗਿਆਂ ਵਾਲਾ ਪੁਲ ਚੜ੍ਹਦੇ ਆ, ਤੁਹਾਨੂੰ ਪਹਾੜ ਕਲੀਅਰ ਨਜ਼ਰ ਆਉਂਦੇ। ਜਿੱਦਾਂ ਹੀ ਪੋਲਿਊਸ਼ਨ ਹੁੰਦਾ ਤੁਹਾਨੂੰ ਨਜ਼ਰ ਆਉਣੋਂ ਹਟ ਜਾਂਦੇ ਆ। ਕਰਦੇ ਦੱਸਦੇ ਆ, ਬਜ਼ੁਰਗ ਦੱਸਦੇ ਹੁੰਦੇ ਸੀਗੇ ਕਿ ਅੱਗੇ ਸਾਨੂੰ ਰਾਤ ਨੂੰ ਆਪਣੇ ਘਰਾਂ ਤੋਂ ਉੱਪਰਲੀਆਂ ਪਹਾੜਾਂ ਦੀਆਂ ਲਾਈਟਾਂ ਵੀ ਦਿਖਦੀਆਂ ਹੁੰਦੀਆਂ ਸੀ। ਹਾਂ, ਬਜ਼ੁਰਗ ਦੱਸਦੇ ਨੇ, ਕਹਿੰਦੇ ਤੁਸੀਂ ਇੱਕ ਨਵੇਕਲੀ ਚੀਜ਼ ਕਹਿੰਦੇ ਪਏ ਹੋ ਕਿ ਨਵੀਂ ਚੀਜ਼ ਵੇਖੀ ਹੈ। ਅਸੀਂ ਤਾਂ ਜਦੋਂ ਨਿੱਕੇ ਹੁੰਦੇ ਸੀ ਅਸੀਂ ਆਮ ਦੇਖਦੇ ਹੁੰਦੇ ਸੀ। ਮੈਂ ਬੜਾ ਹੈਰਾਨ ਹੋਇਆ ਉਹਨਾਂ ਦੀਆਂ ਗੱਲਾਂ ਸੁਣ ਕੇ ਕਿ ਪੋਲਿਊਸ਼ਨ ਇਸ ਲੈਵਲ ਤੱਕ ਵੱਧ ਗਿਆ। ਨਾਲੇ ਉਦੋਂ ਇੰਨੀਆਂ ਗੱਡੀਆਂ ਵੀ ਨਹੀਂ ਹੁੰਦੀਆਂ ਸੀ, ਕਾਰਾਂ ਗੱਡੀਆਂ ਇੰਨੀਆਂ ਹੁੰਦੀਆਂ ਨਹੀਂ ਸੀ। ਹੁਣ ਬਹੁਤ ਜ਼ਿਆਦਾ ਲੱਖਾਂ ਦੇ ਹਿਸਾਬ ਨਾਲ ਕਾਰਾਂ ਗੱਡੀਆਂ ਹੈਗੀਆਂ ਨੇ, ਉਸ ਹਿਸਾਬ ਨਾਲ ਪੋਲਿਊਸ਼ਨ ਵੀ ਹੈ। ਦੂਸਰਾ, ਸਾਡੇ ਸੜਕਾਂ ਦੀ ਹਾਲਤ ਤੇ ਬਹੁਤ ਹੀ ਵਧੀਆ ਹੈ, ਜਿਸ ਕਰਕੇ ਟ੍ਰੈਫਿਕ ਜੈਮ ਹੋਇਆ ਰਹਿੰਦਾ ਹੈ ਤੇ ਧੂਆਂ ਹੀ ਧੂਆਂ ਛੱਡਦੀਆਂ ਰਹਿੰਦੀਆਂ ਗੱਡੀਆਂ ਵਿਚਾਰੀਆਂ ਖੜੀਆਂ। ਕੀ ਕਰਨ? ਪੈਟਰੋਲ ਦੀ ਵੀ ਵੇਸਟੇਜ ਹੁੰਦੀ ਹੈ, ਉਹ ਵੱਖਰੀ ਤੇ ਧੂਆਂ ਵੱਖਰਾ। ਸੋ ਕੁੱਲ ਮਿਲਾ ਕੇ ਜਿਹੜਾ ਪੋਲਿਊਸ਼ਨ ਹੈ ਨਾ, ਉਹਦੇ ਵਾਸਤੇ ਟੁੱਟੀਆਂ ਹੋਈਆਂ ਸੜਕਾਂ ਵੀ ਜ਼ਿੰਮੇਵਾਰ ਨੇ, ਉਹਦੇ ਵਾਸਤੇ ਗੱਡੀਆਂ ਦੀ ਸੰਖਿਆ ਵੀ ਵਧੀ ਹੈ, ਉਹ ਵੀ ਜ਼ਿੰਮੇਵਾਰ ਹੈ, ਤੇ ਬਾਕੀ ਸਾਡੇ ਕੋਲ ਕਿੰਨਾ ਕੁ ਟਾਈਮ ਹੁੰਦਾ ਕਿ ਸਰਵਿਸ ਕਰਵਾ ਲਈਏ ਗੱਡੀ ਦੀ, ਉਹ ਵੀ ਜ਼ਿੰਮੇਵਾਰ ਹੈ ਕਿ ਬਿਨਾਂ ਸਰਵਿਸ ਤੋਂ ਹੀ ਲਈ ਫਿਰਦੇ ਆ, ਧੂਏ ਛੱਡਦੇ ਫਿਰਦੇ ਆ। ਸੋ ਜੇ ਤੁਸੀਂ ਇੰਡੀਆ ਪਹੁੰਚਣ ਦਾ ਪਲਾਨ ਕਰ ਰਹੇ ਹੋ ਤਾਂ ਇਸ ਚੀਜ਼ ਦਾ ਖਿਆਲ ਰੱਖਿਓ ਭਾਈ। ਆਪਣੇ ਬਜ਼ੁਰਗਾਂ ਨੂੰ ਮਾਸਕ ਪਵਾਇਆ ਹੋਣਾ ਤੁਸੀਂ ਕਰੋਨਾ ਕਰਕੇ, ਨੋ ਡਾਊਟ, ਪਰ ਗੱਡੀ 'ਚ ਵੀ ਉਹਨਾਂ ਨੂੰ ਦਿੱਲੀ 'ਚੋਂ ਗੁਜ਼ਰਦੇ ਹੋਏ ਮਾਸਕ ਪਵਾ ਕੇ ਰੱਖਿਓ। ਪੂਰੀ ਛਾਣ ਪਛਾਣ ਕਰਕੇ ਆਇਓ ਕਿ ਉਦਣ ਕਿਹੜੀਆਂ ਗੱਡੀਆਂ ਚੱਲਦੀਆਂ, ਔਡ ਈਵਨ ਦਾ ਤਾਂ ਨਹੀਂ ਪੰਗਾ ਪਿਆ ਹੋਇਆ। ਸੋ ਆਪਣੀ ਹੈਲਥ ਦਾ ਖਿਆਲ ਰੱਖਦੇ ਹੋਏ ਹੀ ਦਿੱਲੀ ਵਿੱਚੋਂ ਨਿਕਲਿਓ। ਹੁਣ ਰੁੱਖ ਕਰਦੇ ਹਾਂ ਅਗਲੀ ਖਬਰ ਦਾ, ਔਰ ਕਿਹੜੀ ਅਗਲੀ ਖਬਰ ਤਿਆਰ ਹੈ? ਅਗਲੀ ਖਬਰ ਇਹ ਹੈ ਜੀ ਕਿ ਇੰਡੀਅਨ ਰੇਲਵੇਜ਼ ਨੇ ਕੋਵਿਡ-19 ਤੋਂ ਬਾਅਦ ਇੱਕ ਤੋਹਫਾ ਦਿੱਤਾ ਹੈ ਕਿ 21 ਦਸੰਬਰ ਤੋਂ ਸਪੈਸ਼ਲ ਰੇਲਵੇ ਸ਼ੁਰੂ ਹੋ ਰਹੀ ਹੈ, ਜਿਹੜੀ 5 ਧਾਰਮਿਕ ਇੰਡੀਆ 'ਚ ਜਿਹੜੀ 5 ਧਾਰਮਿਕ ਸਥਾਨਾਂ ਦੀ ਯਾਤਰਾ ਕਰਵਾਏਗੀ ਪੰਜਾਬ ਤੋਂ ਹੀ। ਤੇ ਉਹਦੀ ਟਿਕਟ ਹੋਏਗੀ ਆਨਲਾਈਨ ਤੇ ਆਫਲਾਈਨ ਬੁਕਿੰਗ ਹੋ ਰਹੀ ਹੈ ਤੇ 9450 ਰੁਪਏ ਦੀ ਟਿਕਟ ਹੈ। 5 ਸਥਾਨਾਂ ਦੀ ਯਾਤਰਾ ਹੈ ਤੇ ਉਹਦੇ 'ਚ ਖਾਣਾ ਫੂਡ ਬਿਲਕੁਲ ਫ੍ਰੀ ਮਿਲੇਗਾ। 9450 ਰੁਪਏ 9450 ਰੁਪਏ 9450 ਰੁਪਏ ਉਹ ਤੁਸੀਂ ਖਰਚ ਕੇ ਜਾ ਸਕਦੇ ਹੋ, ਪਰ ਖਾਣਾ ਫ੍ਰੀ ਮਿਲੇਗਾ। ਹੁਣ ਇਹ 'ਚ ਫ੍ਰੀ ਵਾਲੀ ਕਿਹੜੀ ਗੱਲ ਰਹਿ ਗਈ? ਜਿਹਨੇ 9000 ਦੇ ਦਿੱਤਾ, 450 ਰੁਪਏ ਨਾਲ ਵਾਧੂ ਲਾ ਦਿੱਤਾ, ਤਾਂ ਖਾਣਾ ਵਿੱਚ ਹੀ ਆ ਫ੍ਰੀ। ਇਹ ਫ੍ਰੀ ਕਹਿ ਕੇ ਤਾਂ ਲੋਕਾਂ ਨੂੰ ਭਰਮਾਉਣ ਵਾਲੀਆਂ ਗੱਲਾਂ। ਬਿਲਕੁਲ ਨੋ ਲੰਚ ਫ੍ਰੀ, ਅਸੀਂ ਜਾਣਦੇ ਹਾਂ ਮਾਰਕੀਟ ਦੀ ਭਾਸ਼ਾ ਇਹੀ ਹੋਇਆ, ਕੁਝ ਵੀ ਫ੍ਰੀ ਨਹੀਂ ਹੁੰਦਾ, ਹਰ ਚੀਜ਼ ਇਨਕਲੂਡਡ ਹੈ। ਹਾਂ, ਡੱਬਿਆਂ ਨੂੰ ਸੈਨੀਟਾਈਜ਼ ਕੀਤਾ ਜਾਏਗਾ, ਸਲੀਪਰ ਕਲਾਸ ਹੈਗੇ ਨੇ, ਮਤਲਬ ਤੁਸੀਂ ਆਰਾਮ ਨਾਲ ਜਾ ਸਕਦੇ ਹੋ ਆਪਣੇ ਪਰਿਵਾਰ ਦੇ ਨਾਲ, ਧਾਰਮਿਕ ਸਥਾਨਾਂ ਦੀ ਯਾਤਰਾ ਕਰਦੇ ਹੋਏ ਆ ਸਕਦੇ ਹੋ।
21 ਦਸੰਬਰ ਕਾਫੀ ਦੂਰ ਹੈ, ਪੰਜਾਬ ਤੋਂ ਸ਼ੁਰੂ ਹੋਏਗੀ ਇਹ ਪੰਜਾਬ ਤੋਂ ਯਾਤਰਾ। ਸ਼ੁਰੂ ਹੋਏਗੀ। ਹੁਣ ਉਹ ਸਾਰੀਆਂ ਡੈਸਟੀਨੇਸ਼ਨਸ ਫਿਕਸ ਹੋਣਗੀਆਂ, ਤੁਸੀਂ ਆਨਲਾਈਨ ਆਫਲਾਈਨ ਉਹਦੀ ਬੁਕਿੰਗ ਕਰ ਸਕਦੇ ਹੋ। ਵਾਹ, ਇਹ ਬਹੁਤ ਵਧੀਆ ਗੱਲ ਹੈ ਕਿ ਤੁਹਾਨੂੰ ਟ੍ਰੇਨ ਜਿਹੜੀ ਹੈ ਉਹਦੀ ਬੁਕਿੰਗ ਮਿਲ ਜਾਣੀ ਹੈ। ਤੁਹਾਨੂੰ ਨੇ 5 ਗੁਰੂ ਧਾਮਾਂ ਦੇ ਜਿਹੜੇ ਦਰਸ਼ਨ ਹੈ ਉਹ ਕਰਾ ਦੇਣੇ ਨੇ ਵਿਦ ਲੰਚ ਐਂਡ ਮਤਲਬ ਡਿਨਰ ਐਂਡ ਬ੍ਰੇਕਫਾਸਟ। ਸਾਰਾ ਫੂਡ ਤੁਹਾਨੂੰ ਮਿਲੇਗਾ, ਸੈਨੀਟਾਈਜੇਸ਼ਨ ਦਾ ਪੂਰਾ ਖਿਆਲ ਰੱਖਿਆ ਜਾਏਗਾ, ਕੋਵਿਡ ਦੀਆਂ ਹਦਾਇਤਾਂ ਦਾ ਪਾਲਨ ਕੀਤਾ ਜਾਏਗਾ। ਹੁੰਦਾ ਇੱਕ ਗੱਲੋਂ ਇਹ ਤਾਰੀਫ ਯੋਗ ਵੀ ਹੈ ਗੱਲ, ਕਿਉਂਕਿ ਕਈ ਵਾਰੀ ਹੁੰਦਾ ਹੈ ਕਿ ਕੁਝ ਲੋਕ ਟੈਕਸੀ ਵਗੈਰਾ ਦੇ ਵਿੱਚ ਇੰਨਾ ਟਾਈਮ ਨਹੀਂ ਹੁੰਦਾ ਕਿ ਉਹਨਾਂ ਨੂੰ ਕੋਈ ਲਿਜਾ ਸਕੇ ਜਾਂ ਕੁਝ ਜਾ ਸਕੇ। ਕਈ ਲੋਕ ਇਕੱਲੇ ਬਜ਼ੁਰਗ ਜ਼ਿਆਦਾਤਰ ਉਹੀ ਗੱਲ ਦੁਬਾਰਾ ਆਉਂਦੀ ਹੈ ਕਿ ਉਹ ਇਕੱਲੇ ਸਫ਼ਰ ਕਰਨਾ ਚਾਹੁੰਦੇ ਨੇ ਪਰ ਕੋਈ ਉਹਨਾਂ ਦੇ ਹਾਲਾਤ ਨਹੀਂ ਬਣਦੇ। ਫਿਰ ਇੱਕ ਪਰਿਵਾਰ ਨੂੰ ਵੀ ਤਸੱਲੀ ਹੋਏਗੀ ਕਿ ਉਸ ਟ੍ਰੇਨ ਦੇ ਵਿੱਚ ਨੇ, ਹਨਾ, ਸਾਰੇ ਇਕੱਠੇ ਨੇ ਔਰ ਇਹ ਜਿਹੜੇ ਧਾਮਾਂ ਦੀ ਦਰਸ਼ਨ ਕਰਾਉਣ ਤੋਂ ਬਾਅਦ ਇੱਕ ਹੋਰ ਧਾਮ ਤੇ ਇੱਕ ਹੋਰ ਗੁਰੂ ਧਾਮ ਤੇ ਲੈ ਕੇ ਜਾਏਗੀ। ਸੋ ਇਹ ਸ਼ਲਾਘਾਯੋਗ ਕਦਮ ਹੈ, ਬਿਲਕੁਲ ਸ਼ਲਾਘਾਯੋਗ ਹੈ। ਔਰ ਦੇਖੋ ਫਿਰ ਤੋਂ ਧਰਮ ਦੀ ਗੱਲ ਆ ਗਈ ਨੇ ਕਿ ਧਾਰਮਿਕ ਸਥਾਨਾਂ ਦੀ ਯਾਤਰਾ ਕਰਨ ਜਾ ਰਹੇ ਹਾਂ। ਦੂਜੀ ਮੈਨੂੰ ਉਹ ਪੁਰਾਣੇ ਵਕਤ ਯਾਦ ਆਏ ਨੇ ਖਾਣੇ ਤੋਂ, ਜਿਹੜਾ ਖਾਣਾ ਫ੍ਰੀ ਮਿਲਣਾ ਹੈ। ਪੁਰਾਣੇ ਵਕਤ ਹੁੰਦੇ ਸੀ ਸਾਰੇ ਜਾਣੇ ਆਪਣਾ ਆਪਣਾ ਲੰਚ ਬਾਕਸ ਨਾਲ ਲੈ ਕੇ ਗੱਡੀਆਂ 'ਚ ਸਫ਼ਰ ਕਰਦੇ ਹੁੰਦੇ ਸੀ ਔਰ ਜਦੋਂ ਦੁਪਹਿਰੇ ਹੋਣੇ ਸਭ ਨੇ ਡੱਬੇ ਖੋਲਣੇ। ਔਰ ਜਿਹੜਾ ਟ੍ਰੇਨ ਦਾ ਡੱਬਾ ਐਨ ਆਲੂ ਦੇ ਪਰੌਂਠਿਆਂ ਨਾਲ ਮਹਿਕਿਆ ਪਿਆ ਹੁੰਦਾ ਸੀ, ਅੰਬ ਦੇ ਅਚਾਰ ਦੀ ਖੁਸ਼ਬੂ, ਆਪਸ 'ਚ ਵੰਡ ਕੇ ਆ ਲਓ ਜੀ ਅਸੀਂ ਕਰੇਲੇ ਬਣਾਏ ਸੀ, ਆ ਲਓ ਜੀ ਅਸੀਂ ਭਿੰਡੀਆਂ, ਬਿਕੋਜ਼ ਵੀ ਆਰ ਪੰਜਾਬੀ ਤੇ ਸਾਡੇ ਡੱਬੇ 'ਚ ਕੀ ਆ ਪੂਰੇ ਮਹੱਲੇ ਨੂੰ ਪਤਾ ਲੱਗ ਜਾਂਦਾ, ਪੂਰੇ ਫਰੈਂਡ। ਔਰ ਇੰਨਾ ਅੱਛਾ ਮਾਹੌਲ ਹੁੰਦਾ ਸੀ ਕਿ ਵੰਡ ਕੇ ਖਾਣਾ ਲੱਗਦਾ ਹੀ ਨਹੀਂ ਸੀ ਕਿ ਅਸੀਂ ਪਹਿਲੀ ਵਾਰ ਮਿਲੇ ਆ, ਏਦਾਂ ਲੱਗਦਾ ਸੀ ਪੂਰਾ ਮੁਹੱਲਾ ਜਾ ਰਿਹਾ ਕਿਤੇ। ਹਾਲਾਂਕਿ ਪਹਿਲੀ ਵਾਰ ਮਿਲੇ ਆ, ਜਾਣਦੇ ਨਹੀਂ ਆਪਸ 'ਚ, ਲੇਕਿਨ ਏਦਾਂ ਲੱਗਦਾ ਸੀ ਜਿਵੇਂ ਪੂਰਾ ਮੁਹੱਲਾ ਬੈਠਾ ਹੈ ਤੇ ਮਿਲ ਵੰਡ ਕੇ ਖਾਂਦੇ। ਇਹ ਗੱਲ ਮੈਂ ਤੁਹਾਨੂੰ ਦੱਸਦੀ ਆ। ਇੱਕ ਵਾਰੀ ਦਿੱਲੀ ਗਏ ਤੇ ਮੈਨੂੰ ਦਿੱਲੀ ਰੁਕਣਾ ਪੈ ਗਿਆ ਤੇ ਮੇਰੇ ਨਾਲ ਦੀ ਜਿਹੜੇ ਲੜਕੀ ਸੀ ਮੇਰੇ ਨਾਲ ਦੀ, ਉਹਨੂੰ ਵਾਪਸ ਪੰਜਾਬ ਜਾਣਾ ਸੀ। ਉਹਨੇ ਪਹੁੰਚਣਾ ਸੀ ਅੰਮ੍ਰਿਤਸਰ ਯੂਨੀਵਰਸਿਟੀ। ਉਹ ਅੰਮ੍ਰਿਤਸਰ ਯੂਨੀਵਰਸਿਟੀ ਜਾਣ ਲੱਗਿਆ, ਉਹਨੂੰ ਰਸਤੇ ਦੇ ਵਿੱਚ ਕੋਈ ਬਜ਼ੁਰਗ ਬੀਬੀ ਪਾਪਾ ਮਿਲਦੇ ਨੇ। ਹੁਣ ਫਿਰ ਬਜ਼ੁਰਗ ਆ, ਗੱਲਾਂ ਕਰਨੀਆਂ ਪੰਜਾਬੀਆਂ, ਸਾਹਮਣੇ ਵਾਲੇ ਡੱਬੇ ਦੇ ਨਾਲ ਤਾਂ ਪੂਰੀ ਰਿਸ਼ਤੇਦਾਰੀ ਨਿਕਲ ਆਉਂਦੀ ਆ ਇੰਡੀਅਨਸ ਦੀ, ਹਨਾ। ਉਹਨਾਂ ਦੇ ਨਾਲ ਗੱਲਬਾਤ ਸ਼ੁਰੂ ਹੋ ਗਈ ਤੇ ਉਹਨਾਂ ਨੇ ਦੱਸਿਆ ਮੈਂ ਏਦਾਂ ਅੰਮ੍ਰਿਤਸਰ ਪੜ੍ਹਦੀ ਆ। ਉਹ ਕਹਿੰਦੇ ਸਾਡਾ ਤਾਂ ਮੁੰਡਾ ਵੀ ਉੱਥੇ ਪੜ੍ਹਦਾ। ਉਹਨਾਂ ਨੇ ਉਸ ਬੇਟੀ ਨੂੰ ਵੀ 100 ਰੁਪਇਆ ਪਿਆਰ ਦਿੱਤਾ, ਨਾਲ ਰੋਟੀ ਪਾਣੀ ਵੀ ਉਹਨੂੰ ਖਿਲਾਇਆ ਤੇ ਆਪਣੇ ਬੇਟੇ ਨੂੰ ਵੀ ਪੈਸੇ ਦੇਣ ਲਈ ਕਿਹਾ, ਲੈ ਸਾਡੇ ਬੇਟੇ ਨੂੰ ਇੰਨੇ ਪੈਸੇ ਦੇ ਦੇ। ਇਹ ਪੰਜਾਬੀਆਂ ਦਾ ਮੋਹ ਆ, ਇਹ ਪੰਜਾਬੀਆਂ ਦੀ ਮੁਹੱਬਤ ਆ ਕਿ ਇੱਕ ਅਣਜਾਣ ਬੱਚੇ ਨੂੰ ਸਾਰਾ ਰਾਹ ਬਜ਼ੁਰਗ ਨਾਲ ਖੁਸ਼ੀ 'ਚ ਗੱਲਾਂ ਕੀਤੀਆਂ, 100 ਰੁਪਇਆ ਪਿਆਰ ਦੇਤਾ ਤੇ ਆਪਣੇ ਮੁੰਡੇ ਨੂੰ ਪੈਸੇ ਦੇਣ ਲਈ ਪੈਸੇ ਵੀ ਦੇਤੇ, ਨਾਲ ਰੋਟੀਆਂ ਵੀ ਖਿਲਾਈਆਂ। ਹੁਣ ਮਤਲਬ ਕਿ ਹੈ ਇਦਾਂ ਪੰਜਾਬੀਆਂ 'ਚ, ਪਰ ਇੱਕ ਵਾਰੀ ਤਾਂ ਸੋਚ ਕੇ ਵੀ ਡਰ ਲੱਗਦਾ ਕਿ ਅਰੇ ਕਿੱਥੇ ਦੀ ਕੁੜੀ ਹੈ, ਝੂਠੀ ਨਾ ਬੋਲਦੀ ਹੋਵੇ। ਪਰ ਫਿਰ ਵੀ ਦੇਖੋ ਕਿੱਦਾਂ ਸਾਂਝ ਨਿਕਲ ਆਉਂਦੀ ਹੈ। ਮੈਂ ਇੱਕ ਹੋਰ ਗੱਲ ਦੱਸਦਾ, ਮੇਰੇ ਆਪਣੇ ਫੈਮਿਲੀ 'ਚੋਂ ਹੈ, ਭੂਆ ਜੀ ਦੇ ਪਰਿਵਾਰ 'ਚੋਂ ਹੈ ਕਿ ਮੇਰੇ ਭੂਆ ਜੀ ਆਪਣੇ ਬੇਟੇ ਵਾਸਤੇ ਕਿਤੇ ਕੋਈ ਕੁੜੀ ਦੇਖਣਗੇ। ਪੁਰਾਣੇ ਟਾਈਮ 'ਚ ਹੁੰਦਾ ਸੀ ਕੁੜੀ ਦੇਖਣ ਚੱਲੇ ਆ ਤੇ ਉਧਰੋਂ ਜਿਹੜੀ ਫੈਮਿਲੀ ਜਿਹਦੇ 'ਚ ਰਿਸ਼ਤਾ ਹੁੰਦਾ ਹੈ ਉਹ ਕਿਤੇ ਮੁੰਡਾ ਦੇਖ ਕੇ ਆ ਰਹੇ ਸੀ ਤੇ ਇਕੱਠੇ ਡੱਬੇ ਚੜੇ, ਇੱਕ ਦੂਜੇ ਨੂੰ ਜਾਣਦੇ ਨਹੀਂ ਹੈਗੇ। ਗੱਲਾਂ 'ਚ ਤੁਸੀਂ ਕਿੱਥੋਂ ਆ ਰਹੇ ਹੋ, ਕਹਿੰਦੇ ਅਸੀਂ ਉੱਥੇ ਦੇਖਣ ਗਏ ਸੀ ਮੁੰਡਾ। ਉਹ ਕੁੜੀ ਵਾਲੇ ਕਹਿੰਦੇ ਤੇ ਉਹ ਪਾਰਟੀ ਕੋਈ ਜਚੀ ਨਹੀਂ, ਕਹਿੰਦੇ ਤੁਸੀਂ ਕਹਿੰਦੇ ਅਸੀਂ ਕੁੜੀ ਦੇਖਣ ਗਏ ਸੀ, ਪਾਰਟੀ ਕੋਈ ਜਚੀ ਨਹੀਂ। ਉਹ ਦੋਨਾਂ ਨੇ ਆਪਸ 'ਚ ਗੱਲਬਾਤ ਕਰ ਲਈ, ਰਿਸ਼ਤਾ ਹੋ ਗਿਆ ਜੀ। ਉਹ ਮੇਰੇ ਭਾਬੀ ਜੀ ਨੇ ਅੱਜ ਕੱਲ੍ਹ ਮਤਲਬ ਮੇਰੇ ਭੂਆ ਜੀ ਦੇ ਵੱਡੇ ਬੇਟੇ ਦਾ ਰਿਸ਼ਤਾ ਉੱਥੇ ਹੋ ਗਿਆ, ਭਾਬੀ ਜੀ ਬਣ ਗਏ ਮੇਰੇ ਸ਼ਾਦੀ ਤੋਂ ਬਾਅਦ। ਤੇ ਮੈਂ ਪੁੱਛਦਾ ਹੁੰਦਾ ਤੁਹਾਡਾ ਵਿਚੋਲਾ ਕੌਣ ਹੈ? ਟ੍ਰੇਨ ਇੰਡੀਅਨ ਰੇਲਵੇ ਸਾਡਾ ਵਿਚੋਲਾ। ਦੇਖੋ ਏਦਾਂ ਦੇ ਵੀ ਇਨਸੀਡੈਂਟ ਹੁੰਦੇ ਸੀ, ਪਰ ਇਹ ਪੁਰਾਣੇ ਵਕਤਾਂ ਦੀ ਗੱਲ ਹੈ। ਅੱਜ ਤਾਂ ਤੁਸੀਂ ਦੇਖੋ ਕਿ ਨਾਲ ਗੁਆਂਢ ਵਿੱਚ ਕੌਣ ਰਹਿੰਦਾ ਹੈ, ਬਹੁਤ ਘੱਟ ਐਸੇ ਲੋਕ ਹੋਣਗੇ ਜਿਹੜੇ ਗੁਆਂਢੀਆਂ ਨਾਲ ਮਿਲ ਵਰਤਨ ਹੋਏਗਾ, ਨਹੀਂ ਤਾਂ ਸਾਨੂੰ ਇਹ ਨਹੀਂ ਪਤਾ ਹੁੰਦਾ ਕਿ ਸਾਡੇ ਗੁਆਂਢ 'ਚ ਰਹਿੰਦਾ ਕੌਣ ਹੈ। ਅਗਲੀ ਗੱਲ ਹੁਣ ਆਪਾਂ ਕਰਦੇ ਹਾਂ ਖੇਡ ਮੈਦਾਨ ਦੇ ਨਾਲ ਜੁੜੀ ਹੋਈ ਬੜੀ ਜ਼ਰੂਰੀ ਖਬਰ ਹੈ, ਉਹ ਆਪਾਂ ਨੂੰ ਲੈ ਲੈਣੀ ਚਾਹੀਦੀ ਹੈ। T20 ਵਰਲਡ ਕੱਪ ਖਤਮ ਹੋ ਗਿਆ, ਆਸਟ੍ਰੇਲੀਆ ਦੇ ਸਿਰ ਸਜਿਆ ਹੈ ਤਾਜ ਇਸ ਵਰਲਡ ਕੱਪ ਦਾ। ਇੰਡੀਆ ਕਿਹੜੇ ਹਾਲਾਤਾਂ 'ਚ ਬਾਹਰ ਹੋ ਗਿਆ ਸੀ ਸਾਰਿਆਂ ਨੂੰ ਪਤਾ ਹੈ। ਬਾਅਦ ਵਿੱਚ ਉਮੀਦ ਸੀ ਕਿ ਸ਼ਾਇਦ ਪਾਕਿਸਤਾਨ ਜਿਹੜਾ ਇਸ ਵਾਰੀ ਫਾਈਨਲ ਦੇ ਵਿੱਚ ਆਪਣੀ ਜਗ੍ਹਾ ਬਣਾਏਗਾ, ਪਰ ਪਾਕਿਸਤਾਨ ਵੀ ਨਹੀਂ ਬਣਾ ਪਾਇਆ। ਇਹ ਪਹਿਲੀ ਵਾਰ ਨਹੀਂ ਹੋਇਆ, ਨਿਊਜ਼ੀਲੈਂਡ ਤੇ ਆਸਟ੍ਰੇਲੀਆ ਕਈ ਵਾਰੀ ਕਈ ਮੈਚਸ ਦੇ ਵਿੱਚ ਇਕੱਠੇ ਫਾਈਨਲ 'ਚ ਪਹੁੰਚੇ ਆ ਤੇ ਹਮੇਸ਼ਾ ਆਸਟ੍ਰੇਲੀਆ ਨੇ ਨਿਊਜ਼ੀਲੈਂਡ ਨੂੰ ਹਰਾ ਕੇ ਕੱਪ ਆਪਣੇ ਨਾਮ ਕੀਤਾ। ਬਿਲਕੁਲ ਜੀ, ਆਸਟ੍ਰੇਲੀਆ ਸੋ ਪ੍ਰੋਫੈਸ਼ਨਲ। ਆਸਟ੍ਰੇਲੀਆ ਦੀ ਹਾਕੀ ਦੇਖ ਲਓ, ਬਹੁਤ ਪ੍ਰੋਫੈਸ਼ਨਲ। ਸੋ ਉਹ ਪਤਾ ਨਹੀਂ ਕਿਸ ਲੈਵਲ ਤੇ ਆਸੀਜ਼ ਜਿਹੜੇ ਨੇ ਆਪਣੇ ਆਪ ਨੂੰ ਤਿਆਰ ਕਰਦੇ ਨੇ, ਬਸ ਨੈਕਸਟ ਲੈਵਲ ਹੈ। ਸੋ ਅਸੀਂ ਕਿਉਂਕਿ ਇੰਡੀਅਨਸ ਆ ਔਰ ਕ੍ਰਿਕਟ ਸਾਡਾ ਕਲਚਰ ਹੀ ਨਹੀਂ ਬਲਕਿ ਰਿਲੀਜਨ ਹੈ ਸਾਡਾ, ਇੱਕ ਤਰ੍ਹਾਂ ਨਾਲ ਬਣਿਆ ਹੋਇਆ। ਸਾਨੂੰ ਬੜਾ ਅਫਸੋਸ ਹੋਇਆ ਕਿ ਜਦੋਂ ਇੰਡੀਆ ਦੀ ਟੀਮ ਬਾਹਰ ਹੋ ਗਈ। ਖੈਰ ਜਿਹੜੇ ਵਧੀਆ ਖੇਡੇ ਨੇ ਉਹਨਾਂ ਦੀ ਤਾਰੀਫ ਕਰਨੀ ਵੀ ਬਣਦੀ ਹੈ, ਪਾਕਿਸਤਾਨ ਬਹੁਤ ਵਧੀਆ ਖੇਡਿਆ, ਤਾਰੀਫ ਕਰਨੀ ਬਣਦੀ ਹੈ। ਆਸਟ੍ਰੇਲੀਆ ਤਾਂ ਹੈ ਹੀ ਹੈ, ਨਿਊਜ਼ੀਲੈਂਡ ਤੇ ਹੈ ਹੀ ਹੈ। ਹੁਣ ਭਾਰਤੀਆਂ ਦਾ ਨੈਚੁਰਲੀ ਸਾਰੇ ਐਕਸਪਰਟਸ ਇਹ ਕਹਿੰਦੇ ਨੇ ਕਮੀਆਂ ਕਿੱਥੇ ਰਹਿ ਗਈਆਂ, ਉਹਦੇ ਉੱਤੇ ਹੀ ਧਿਆਨ ਦੇਣਾ ਪੈਣਾ।
ਕਿਉਂਕਿ ਅਫਸੋਸ ਕਰਨ ਨਾਲ ਤਾਂ ਕੋਈ ਗੱਲ ਬਣਨੀ ਨਾਲੇ ਜਿੱਤ ਹਾਰ ਇੱਕ ਜ਼ਿੰਦਗੀ ਦਾ ਹਿੱਸਾ ਹੈ। ਖੇਡ ਜਿਹੜੀ ਹੈ ਸਪੋਰਟਮੈਨਸ਼ਿਪ ਸਿਖਾਉਂਦੀ ਹੈ, ਤਾਂ ਫਿਰ ਜੇ ਉਹੀ ਚੀਜ਼ ਸਾਡੇ 'ਚ ਨਾ ਹੋਵੇ ਤਾਂ ਗਲਤ ਹੈ। ਅਗਲੀ ਖਬਰ ਦਾ ਰੁਖ ਕਰਦੇ ਹਾਂ। ਸੁਖਬੀਰ ਬਾਦਲ ਹੋਣਾ ਨੂੰ ਕਿਸਾਨ ਮਿਲਣ ਗਏ, ਸਵਾਲ ਜਵਾਬ ਕਰਨ ਦੇ ਲਈ ਸਮਾਂ ਮੰਗਿਆ। ਉੱਥੋਂ ਦੇ ਜਿਹੜੇ ਪ੍ਰਸ਼ਾਸਨਿਕ ਅਧਿਕਾਰੀ ਸੀ, ਪੁਲਿਸ ਮੁਲਾਜ਼ਮ ਸੀ, ਉਹਨਾਂ ਨੇ 2 ਘੰਟੇ ਘੱਟੋ ਘੱਟ ਕਿਸਾਨਾਂ ਨੂੰ ਰੋਕੀ ਰੱਖਿਆ। ਬਾਅਦ ਦੇ ਵਿੱਚ ਇੱਕ ਕਿਸਾਨ ਦੀ ਪੱਗ ਵੀ ਉਤਾਰ ਦਿੱਤੀ ਗਈ, ਜਿਸ ਤੋਂ ਬਾਅਦ ਜਾਮ ਲਗਾ ਦਿੱਤਾ ਗਿਆ ਕਿਸਾਨਾਂ ਦੇ ਵੱਲੋਂ। ਤੇ ਫਿਰ ਸੀਨੀਅਰ ਜਿਹੜੇ ਮੁਲਾਜ਼ਮ ਹੈ ਉਹਨਾਂ ਦੇ ਵੱਲੋਂ ਆਸ਼ਵਾਸਨ ਦਿੱਤਾ ਗਿਆ ਕਿ ਬਣਦੇ ਪੁਲਿਸ ਮੁਲਾਜ਼ਮ ਖਿਲਾਫ, ਜੋ ਕਿ ਇੱਕ ਮੁਲਜ਼ਮ ਦਾ ਕੰਮ ਕਰ ਗਿਆ, ਕਾਰਵਾਈ ਹੋਏਗੀ। ਹੁਣ ਦੱਸੋ, ਐਡੀ ਵੱਡੀ ਗੱਲ ਹੋ ਗਈ ਹੈ। 2 ਘੰਟੇ ਤੁਸੀਂ ਬੰਦ ਰੱਖਿਆ ਉਹਨਾਂ ਨੂੰ ਅੰਦਰ, ਮਤਲਬ ਬੰਦੀ ਬਣਾ ਕੇ ਰੱਖਿਆ। ਕਾਹਦੇ ਵਾਸਤੇ? ਮਿਲਣ ਗਏ ਨੇ, ਆਪਣੇ ਸਿਆਸੀ ਆਗੂ ਨੂੰ ਮਿਲਣ ਗਏ ਨੇ, ਕੋਈ ਦਿਲ ਦੀ ਗੱਲ ਕਰਨ ਗਏ ਨੇ, ਉਹਨਾਂ ਨੂੰ ਬੰਦੀ ਕਿਉਂ ਬਣਾਇਆ ਬਈ? ਦੂਜੀ ਗੱਲ, ਫਿਰ ਇਹ ਬਦਤਮੀਜ਼ੀ ਕਿਉਂ ਕੀਤੀ ਗਈ? ਇਹ ਤਾਂ ਬਹੁਤ ਗਲਤ ਗੱਲ ਹੈ। ਹੁਣ ਇਹਦੇ ਵਿੱਚ ਕਿਆ ਸੁਖਬੀਰ ਜੀ ਕੋਲ ਇਹਨਾਂ ਕਿਸਾਨਾਂ ਦੇ ਸਵਾਲਾਂ ਦਾ ਜਵਾਬ ਨਹੀਂ ਹੈ? ਕਿਆ ਉਹਨਾਂ ਦੇ ਇਨਸਟਰਕਸ਼ਨਸ ਦੇ ਉੱਤੇ ਰੋਕਿਆ ਗਿਆ ਕਿਸਾਨਾਂ ਨੂੰ ਏਦਾਂ 2 ਘੰਟੇ ਵਾਸਤੇ? ਅਸਲੀ ਗੱਲ ਕੀ ਹੈ? ਇਹ ਤਾਂ ਸੁਖਬੀਰ ਭਾਜੀ ਨੂੰ ਬਿਲਕੁਲ ਕਲੀਅਰ ਕਰਨੀ ਪੈਗੀ। ਭਾਜੀ ਅਸੀਂ ਉਹ ਤਾਂ ਅੱਜ ਕੱਲ ਜਲੇਬੀਆਂ ਬਣਾਉਣ ਲੱਗੇ ਹੋਆ, ਵੱਡੇ ਨੇ ਸਾਡੇ, ਕਹਿੰਦੇ ਚੰਨੀ ਹੋਣਾ ਨੇ ਹਾਕੀ ਖੇਲੀ, ਸੁਖਬੀਰ ਬਾਦਲ ਹੋਣੀ ਫੁੱਟਬਾਲ ਖੇਲਣ ਲੱਗ ਪਏ, ਕੈਪਟਨ ਅਮਰਿੰਦਰ ਸਿੰਘ ਨੇ ਖਾਣੇ ਬਣਾਏ ਤਾਂ ਸੁਖਬੀਰ ਬਾਦਲ ਜਲੇਬੀਆਂ ਬਣਾਉਣ ਲੱਗ ਪਏ। ਚਲੋ ਆਪਾਂ ਉਹ ਵੀ ਖਾਵਾਂਗੇ, ਟੇਸਟ ਕਰਾਂਗੇ ਕਦੀ ਮੌਕਾ ਅੱਛਾ, ਮਿਲੇਗਾ। ਇੱਕ ਗੱਲ ਤੁਸੀਂ ਦੇਖਿਓ, ਕੋਈ ਜਲੇਬੀਆਂ ਬਣਾ ਰਿਹਾ ਹੈ ਵੱਖਰੀ ਚੀਜ਼ ਆ, ਪਿੱਛੇ ਜਿਹੜੇ ਨਾਅਰੇ ਲਾਉਣ ਦਾ ਜਲੇਬੀਆਂ ਦੇ ਨਾਲ ਕੀ ਮਤਲਬ ਆ? ਬਸ ਸਾਡਾ ਜਿਹੜਾ ਕਲਚਰ ਰਿਹਾ ਝੋਲੀ ਚੁੱਕ, ਕੀ ਕੀਤਾ ਜਾਏ? ਕਿਉਂਕਿ ਉਹਨਾਂ ਨੇ ਨਾਅਰੇ ਲਾਉਣੇ ਹੀ ਲਾਉਣੇ ਨੇ, ਕੋਈ ਵੀ ਗੱਲ ਹੋਵੇ ਨਾਅਰੇ ਲਾਉਣੇ ਹੀ ਲਾਉਣੇ ਨੇ। ਅੱਜ ਕੱਲ ਚੰਨੀ ਸਾਹਿਬ ਨੂੰ ਲੈ ਕੇ ਵੀ ਨਾਅਰੇ ਲੱਗੇ ਹੋਏ ਨੇ ਕਿ ਘਰ ਘਰ ਵਿੱਚੋਂ ਨਿਕਲੀ ਗੱਲ ਚੰਨੀ ਸਾਹਿਬ ਕਰਦੇ ਨੇ ਮੁਸ਼ਕਿਲ ਹੱਲ, ਕੁਝ ਏਦਾਂ। ਚੰਨੀ ਸਾਹਿਬ ਦਾ ਵੀ ਹੁਣ ਇਹ ਹੋ ਗਿਆ ਕਿ ਉਹ ਵੀ ਬਸ ਮੀਡੀਆ ਲਵਰ ਆ, ਜਿੱਥੇ ਖਬਰ ਆਉਣੀ ਹੁੰਦੀ ਆ ਉੱਥੇ ਆਪਣੇ ਗੱਡੀਆਂ ਦੇ ਕਾਫਲੇ ਰੋਕ ਲੈਂਦੇ ਆ, ਤੇ ਕਈ ਲੋਕ ਉਹਨਾਂ ਨੂੰ ਮਿਲਣ ਗਏ ਐਂ ਦੇਖਦੇ ਰਹਿ ਜਾਂਦੇ। ਸਟਾਰ ਲੋਕ ਨੇ ਔਰ ਪਬਲਿਸਿਟੀ ਸਟੰਟ ਨੇ ਉਹਨਾਂ ਦੇ ਵੀ। ਬਿਲਕੁਲ ਜੀ। ਹੁਣ ਦੇਖੋ ਉਹਨਾਂ ਦੇ ਘਰ ਲੋਕ ਸ਼ਿਕਾਇਤ ਲੈ ਕੇ ਗਏ ਨੇ, ਚਲੋ ਇਹ ਤਾਂ ਇੱਕ ਅੱਛੀ ਮੂਵ ਹੈ ਕਿ ਸਾਰਾ ਦਿਨ ਉਹ ਬਿਜ਼ੀ ਰਹਿੰਦੇ ਨੇ, ਸ਼ਾਮ ਨੂੰ ਕੋਈ ਸ਼ਿਕਾਇਤ ਲੈਣ ਗਿਆ ਤੇ ਸ਼ਿਕਾਇਤ ਜਦੋਂ ਲੈ ਕੇ ਗਏ ਨੇ ਆਪਣੀਆਂ, ਬਈ ਸਾਡੀਆਂ ਮੁਸ਼ਕਲਾਂ ਹੱਲ ਕਰੋ, ਤਾਂ ਉੱਥੇ ਉਹਨਾਂ ਨੂੰ ਲੰਗਰ ਛਕਾਇਆ। ਹਾਂ, ਇਹ ਬਹੁਤ ਵਧੀਆ ਗੱਲ ਹੈ। ਵਧੀਆ ਗੱਲ ਹੈ ਕਿ ਜਿਹੜੇ ਮੇਰੇ ਘਰ ਆਏ ਨੇ, ਮੇਰੇ ਪਰਿਵਾਰ ਦੇ ਮੈਂਬਰ ਨੇ, ਕੋਈ ਭੁੱਖਾ ਨਹੀਂ ਜਾਣਾ ਚਾਹੀਦਾ। ਪਤਾ ਨਹੀਂ ਕਿੱਥੋਂ ਕਿੱਥੋਂ ਆਏ। ਸੰਜੀਵ ਖੰਨਾ ਜੀ, ਹੁਣ ਦੇ ਐਮਐਲਏ ਐਮਪੀ ਜਿਹੜੇ ਕੁਝ ਬਣਦੇ ਨੇ ਨਾ, ਉਹਨਾਂ ਦੇ ਘਰਾਂ 'ਚ ਇਹ ਰਿਵਾਜ ਕਿਉਂ ਨਹੀਂ ਹੈਗਾ ਮੈਨੂੰ ਨਹੀਂ ਪਤਾ, ਪਰ ਜਿੱਥੋਂ ਤੱਕ ਮੈਂ ਕੁਝ ਲੋਕਾਂ ਦੇ ਨਾਲ ਜੁੜੀ ਹੋਈ ਸੀ, ਜਾਂ ਸਾਡੇ ਪਰਿਵਾਰ ਕੁਝ ਲੋਕਾਂ ਦੇ ਨਾਲ ਜੁੜੇ ਹੋਏ ਸੀ, ਜਾਂ ਆਪਾਂ ਜਿਨ੍ਹਾਂ ਨੂੰ ਦੇਖਿਆ, ਬਹੁਤ ਸਾਰੇ ਐਮਐਲਏ ਐਮਪੀ ਇਦਾਂ ਦੇ ਦੇਖੇ ਆ ਜਿਨ੍ਹਾਂ ਦੇ ਘਰ ਸਵੇਰੇ ਚਾਹ ਪਾਣੀ ਸ਼ੁਰੂ ਹੋ ਜਾਂਦਾ, ਨਾਲ ਖਾਣ ਨੂੰ ਸਾਰਾ ਦਿਨ ਕੁਝ ਆਉਂਦਾ, ਤੇ ਜਿਹੜੇ ਲੋਕ ਸਵੇਰ ਦੇ ਆ ਕੇ ਬੈਠੇ ਉਹਨਾਂ ਨੂੰ ਦੁਪਹਿਰ ਦਾ ਪ੍ਰਸ਼ਾਦਾ ਪਾਣੀ ਵੀ ਮਿਲਦਾ ਹੁੰਦਾ ਸੀ, ਫਿਰ ਸ਼ਾਮ ਨੂੰ ਵੀ ਉਹਨਾਂ ਦੇ ਲਈ ਲੰਗਰ ਪਾਣੀ ਤਿਆਰ ਹੁੰਦਾ ਸੀਗਾ ਕਿ ਪਹਿਲਾਂ ਤੁਸੀਂ ਕੁਝ ਛਕੋ, ਕਿਉਂਕਿ ਤੁਸੀਂ ਸਾਡੀ ਪਾਰਟੀ ਦੇ ਵਰਕਰ ਹੋ, ਤੁਸੀਂ ਸਾਡੇ ਪਿੰਡ ਦੇ ਬੰਦੇ ਹੋ, ਇੰਨੀ ਦੂਰੋਂ ਸਾਨੂੰ ਮਿਲਣ ਆਏ ਹੋ। ਸੋ ਇਹ ਚੰਨੀ ਸਾਹਿਬ ਹੋਣਾ ਨੇ ਜਿਹੜੀ ਗੱਲ ਕੀਤੀ ਹੈ, ਵਧੀਆ ਕੀਤੀ ਹੈ, ਕਿਉਂਕਿ ਅੱਗੇ ਪੁਰਾਣੇ ਲੀਡਰ ਇਦਾਂ ਕਰਦੇ ਹੁੰਦੇ ਸੀ। ਬਿਲਕੁਲ ਜੀ, ਨਵੀਂ ਪਿਰਤ ਹੈ, ਪਰ ਇਹ ਪੁਰਾਣੇ ਸਮੇਂ ਦੀ ਪਿਰਤ ਹੈ ਜਿਹੜੀ ਉਹਨਾਂ ਨੇ ਹਾਂ ਨਵੇਕਲੀ ਕੀਤੀ, ਉਜਾਗਰ ਕੀਤੀ। ਬਹੁਤ ਵਧੀਆ ਸੋਚ ਹੈ। ਕੁਲਦੀਪ ਸਿੰਘ ਬੜਾਲਾ ਹੋਣਾ ਦੀ ਗੱਲ ਮੈਂ ਤੁਹਾਡੇ ਨਾਲ ਕਰਦੀ ਆ। ਉਹਨਾਂ ਦੇ ਜਦੋਂ ਮਿਸਿਸ ਹੁੰਦੇ ਸੀ ਨਾ, ਜਿੰਨੀ ਦੇਰ ਉਹਨਾਂ ਦੇ ਮਿਸਿਸ ਰਹੇ ਆ, ਉਹਨਾਂ ਦੇ ਘਰ ਲੰਗਰ ਪਾਣੀ ਤਿਆਰ ਰਹਿੰਦਾ ਸੀ ਆਏ ਗਏ ਲਈ। ਸੋ ਪੁਰਾਣੇ ਬਜ਼ੁਰਗ ਜਿਹੜੇ ਏਦਾਂ ਹੀ ਕਰਦੇ ਹੁੰਦੇ ਸੀ। ਬਾਅਦ ਦੇ ਵਿੱਚ ਇਹ ਚੀਜ਼ ਹਟ ਗਈ, ਹੁਣ ਚੰਨੀ ਸਾਹਿਬ ਉਸ ਨੂੰ ਦੁਬਾਰਾ ਲੈ ਕੇ ਆਇਆ। ਸੋ ਇਹਦੇ ਨਾਲ ਬਹੁਤ ਸਾਰੇ ਜਿਹੜੇ ਐਮਐਲਏ ਐਮਪੀ ਹੈਗੇ ਉਹਨਾਂ ਨੂੰ ਸੇਧ ਮਿਲੂਗੀ ਕਿ ਆਏ ਗਏ ਬੰਦੇ ਨੂੰ ਘਰ ਚਾਹ ਪਾਣੀ ਪਿਲਾਉਣਾ ਕੋਈ ਮਜਬੂਰੀ ਨਹੀਂ ਆ, ਇਹ ਸਾਡਾ ਫਰਜ਼ ਆ, ਤੇ ਨਾਲ ਦੇ ਨਾਲ ਇੰਨਾ ਤਾਂ ਉਦਾਂ ਹੀ ਆਏ ਗਏ ਕਰਨਾ ਬਣਦਾ ਹੈ। ਬਿਲਕੁਲ ਬਣਦਾ। ਹੁਣ ਇੱਕ ਥੋੜਾ ਜਿਹਾ ਆਪਾਂ ਮਜ਼ਾਕ ਤੋਂ ਸ਼ੁਰੂ ਕਰਕੇ ਸੀਰੀਅਸ ਗੱਲ ਵੱਲ ਜਾਈਏ ਕਿ ਸੁਖਬੀਰ ਭਾਜੀ ਜਲੇਬੀਆਂ ਬਣਾ ਰਹੇ ਨੇ, ਹੁਣ ਉਹ ਆਪਾਂ ਜਲੇਬੀਆਂ ਲੈ ਕੇ ਕੰਗਨਾ ਰਣੌਤ ਜੀ ਕੋਲ ਚੱਲੀਏ, ਉਹਨਾਂ ਨੂੰ ਖਵਾ ਕੇ ਆਈਏ। ਕਿਆ ਦੇਖੋ, ਸਾਡੇ ਰਾਜਾ ਵੜਿੰਗ ਹੁਣਾਂ ਨੂੰ ਪੁੱਛਿਆ ਗਿਆ ਕਿ ਕੰਗਨਾ ਰਣੌਤ ਬਾਰੇ ਕੀ ਕਹੋਗੇ। ਰਾਜਾ ਵੜਿੰਗ ਕਹਿੰਦੇ ਆਹ ਕੋਈ ਸਵਾਲ ਆ ਪੁੱਛਣ ਵਾਲਾ, ਜਿਹੜਾ ਇੱਥੋਂ ਖਾਲੀ ਆ, ਮੇਰੇ ਤੋਂ ਉਹਦੇ ਸਵਾਲ ਨਾ ਪੁੱਛਿਆ ਕਰੋ। ਦੱਸੋ ਕਿੱਦਾਂ ਦੀਆਂ ਕਮਾਲ ਦੀਆਂ ਗੱਲਾਂ ਹੁੰਦੀਆਂ ਪਈਆਂ, ਮਤਲਬ ਅਜੀਬ ਜੀਆਂ ਗੱਲਾਂ। ਉਹਨਾਂ ਤੋਂ ਪਦਮ ਸ਼੍ਰੀ ਵਾਪਸ ਲੈਣ ਦੇ ਸਵਾਲ ਚੱਕਣੇ ਸ਼ੁਰੂ ਹੋ ਗਏ ਆ, ਕਿਉਂਕਿ ਅਜੀਬ ਜੀਆਂ ਗੱਲਾਂ ਨੇ, ਬੇਸਲੈਸ ਗੱਲਾਂ ਨੇ। 47 ਦੀ ਆਜ਼ਾਦੀ ਬਾਰੇ ਕੀ ਬੋਲੇ ਨੇ ਉਹ, 2014 ਦੀ ਕਿਹੜੀ ਆਜ਼ਾਦੀ ਮਿਲੀ ਪਤਾ ਨਹੀਂ, ਉਦੋਂ ਕਿਹੜੀ ਆਜ਼ਾਦੀ ਦੀ ਜੰਗ ਚੱਲਦੀ ਪਈ ਸੀ ਜਿਹੜੀ ਆਜ਼ਾਦੀ ਮਿਲ ਗਈ। ਮਤਲਬ ਇਹ ਸੋਚ ਕੀ ਹੈ? ਸੋਚ ਦਾ ਦਿਵਾਲੀਆਪਨ ਹੈ ਜਾਂ ਤੁਹਾਨੂੰ ਭਾਰਤ ਦੀ ਹਿਸਟਰੀ ਦਾ ਨਹੀਂ ਪਤਾ? ਜਿਨ੍ਹਾਂ ਲੋਕਾਂ ਨੇ ਜਾਨਾਂ ਦਿੱਤੀਆਂ, ਕਾਲੇ ਪਾਣੀ ਦੀ ਸਜ਼ਾ, ਸ਼ਹੀਦ ਭਗਤ ਸਿੰਘ ਹੋਣੀ ਸ਼ਹੀਦ ਹੋ ਗਏ, ਇੰਨਾ ਚਿਰ ਅੰਦੋਲਨ ਚੱਲੇ, ਕੀ ਕੁਝ ਨਹੀਂ ਹੋਇਆ, ਪਤਾ ਨਹੀਂ ਕਿੰਨੇ ਪਰਿਵਾਰ ਬੇਘਰ ਹੋ ਗਏ, ਹਨਾ,
ਕਿੰਨੀ ਦੁਨੀਆ ਗਈ, ਤੁਸੀਂ ਜਲਿਆਂਵਾਲਾ ਬਾਗ। ਜਲਿਆਂਵਾਲੇ ਬਾਗ ਦੀ ਘਟਨਾ ਅੱਜ ਵੀ ਮਤਲਬ ਇੱਕ ਵਾਰੀ ਤੁਹਾਨੂੰ ਹਿਲਾ ਕੇ ਰੱਖ ਦਿੰਦੀ ਹੈ। ਜਲਿਆਂਵਾਲੇ ਬਾਗ ਦੇ ਮੋਹਰਿਓਂ ਲੰਘਣਾ, ਅੰਦਰ ਜਾ ਕੇ ਸਜਦਾ ਕਰਨਾ ਸ਼ਹੀਦਾਂ ਨੂੰ ਅੱਖਾਂ ਨਮ ਕਰ ਦਿੰਦਾ ਹੈ। ਹੁਣ ਉਸ ਜਲਿਆਂਵਾਲੇ ਬਾਗ ਦਾ ਉਦਘਾਟਨ ਨਵੇਂ ਸਿਰੇ ਤੋਂ ਕੀਤਾ ਗਿਆ, ਉੱਥੇ ਸਾਰਾ ਕੁਝ ਬਣਾਇਆ। ਹੁਣ ਕੰਗਨਾ ਰਣੌਤ ਨੂੰ ਕੋਈ ਇਹ ਪੁੱਛੇ ਕਿ ਇਹ ਭੀਖ 'ਚ ਮੰਗੀ ਹੋਈ ਆਜ਼ਾਦੀ ਦਾ ਉਦਘਾਟਨ ਕੀਤਾ ਸੀ ਕੇਂਦਰ ਸਰਕਾਰ ਨੇ? ਬਿਲਕੁਲ, ਹਾਲਾਂਕਿ ਉਹਦੇ ਤੇ ਵੀ ਆਬਜੈਕਸ਼ਨਸ ਹੋਏ ਨੇ ਕਿ ਜਿਹੜਾ ਸਾਡਾ ਇਤਿਹਾਸ ਹਾਂ, ਉਹਨੂੰ ਬਦਲਿਆ ਗਿਆ, ਔਰ ਜਿਹੜੇ ਸ਼ਹੀਦ ਊਧਮ ਸਿੰਘ ਹੁਣਾਂ ਦੀ ਮੂਰਤੀ ਹੈ ਉਹਦੇ ਦੇ ਨਾਲ ਵੀ ਕੋਈ ਛੇੜਛਾੜ ਕੀਤੀ ਗਈ ਹੈ। ਉਹਨਾਂ ਦੇ ਹੱਥ 'ਚ ਪਿਸਟਲ ਹੁੰਦਾ ਸੀ, ਕਿਤਾਬ ਹੁੰਦੀ ਸੀ ਤੇ ਹੱਥ ਨੂੰ ਐ ਦਿਖਾ ਦਿੱਤਾ ਗਿਆ। ਕਾਫੀ ਸਵਾਲ ਜਲਿਆਂਵਾਲੇ ਬਾਗ ਦੇ ਜਿਹੜੇ ਇਤਿਹਾਸ ਦੇ ਉੱਤੇ, ਜਿਹੜਾ ਨਕਲੀ ਇਤਿਹਾਸ ਉਹਨਾਂ ਨੇ ਬਣਾ ਕੇ ਮੋਹਰੇ ਲੈ ਕੇ ਆਉਂਦਾ, ਉਹਦੇ ਤੇ ਸਵਾਲ ਚੱਕੇ ਗਏ ਆ। ਪਰ ਸਵਾਲ ਇਹ ਪੈਦਾ ਹੁੰਦਾ ਕਿ ਕੰਗਨਾ ਰਣੌਤ ਨੂੰ ਲੱਗਦਾ ਹੈ ਕਿ ਆਜ਼ਾਦੀ ਸਾਨੂੰ ਭੇਖ ਵਿੱਚ ਮਿਲੀ ਹੈ, ਕਿਤੇ ਇਹ ਨਾ ਹੋਵੇ ਆਉਣ ਵਾਲੇ ਦਿਨਾਂ 'ਚ ਉਹ ਜਿਹੜੀ ਸਿਕਿਉਰਿਟੀ ਲੈ ਕੇ ਘੁੰਮਦੇ ਆ ਨਾ, ਸਿਕਿਉਰਿਟੀ ਕਿਤੇ ਦੀ ਕਿਤੇ ਚੱਲ ਜਾਵੇ ਤੇ ਕੰਗਨਾ ਨੂੰ ਭੀਖ ਮੰਗਣ ਦੀ ਨੌਬਤ ਨਾ ਆ ਜਾਵੇ। ਦੇਖੋ, ਗੱਲ ਤਾਂ ਬਹੁਤ ਗਲਤ ਕੀਤੀ ਹੈ ਜਿਹੜੀ ਕਿ ਨਹੀਂ ਕਰਨੀ ਬਣਦੀ। ਜਿਨ੍ਹਾਂ ਨੇ ਸਾਨੂੰ ਆਜ਼ਾਦੀ ਲੈ ਕੇ ਦਿੱਤੀ, 17-18 ਸਾਲ ਦੇ ਕਰਤਾਰ ਸਿੰਘ ਸਰਾਭਾ, ਦੱਸੋ ਨਿੱਕੀਆਂ ਨਿੱਕੀਆਂ ਉਮਰਾਂ, ਕਿੱਥੋਂ ਸ਼ੁਰੂ ਹੋਇਆ? ਤਾਂਤਿਆ ਟੋਪੇ ਤੋਂ ਸ਼ੁਰੂ ਹੋਇਆ ਹੈ ਕੰਮ, ਫਿਰ ਲక్ష్ਮੀ ਬਾਈ ਝਾਂਸੀ ਦੀ ਰਾਣੀ ਆਏ ਨੇ, ਕਿੰਨਾ ਕੁਝ ਹੋਇਆ ਹੈ। ਮਤਲਬ ਵੀਰ ਸ਼ੂਰਵੀਰ, ਉਹਨਾਂ ਦੀ ਗਾਥਾ ਹੈ, ਜਾਨਾਂ ਗਈਆਂ ਨੇ, ਪਰਿਵਾਰ ਗਏ ਨੇ, ਤੇ ਤੁਸੀਂ ਆਸਾਨੀ ਨਾਲ ਇੰਨੀ ਕੁ ਗੱਲ ਕਹਿ ਦਿੱਤੀ। ਮਤਲਬ ਕੌਣ ਹੋ ਤੁਸੀਂ? ਸਿੱਧੀ ਸਾਦੀ ਗੱਲ ਹੈ, ਕੌਣ ਹੋ ਤੁਸੀਂ? ਤੁਸੀਂ ਕੀ ਕੰਟਰੀਬਿਊਟ ਕੀਤਾ ਹੈ ਦੇਸ਼ ਦੇ ਲਈ? ਤੁਸੀਂ ਰਣਜੀਤ ਬਾਵਾ ਦਾ ਗਾਣਾ ਨਾ, ਕਿੱਥੇ ਕੰਗਣਾ ਤੇ ਕਿੱਥੇ ਕੜੇ ਬੱਲੀਏ, ਸੋ ਇਹਦੇ 'ਚ ਸਾਰਾ ਕੁਝ ਹੋ ਜਾਂਦਾ। ਕੰਗਣ ਤੇ ਕੜਿਆਂ 'ਚ ਬਹੁਤ ਫਰਕ ਹੁੰਦਾ। ਮਤਲਬ ਕਹਿੰਦੇ ਨੇ ਨਾ, ਛੋਟੇ ਮੂੰਹ ਵੱਡੀ ਗੱਲ ਨਹੀਂ ਕਹਿਣੀ ਚਾਹੀਦੀ, ਜਿਹੜੇ ਸਾਡੇ ਬਜ਼ੁਰਗ ਕਹਿੰਦੇ ਨੇ, ਇਹ ਬਿਲਕੁਲ ਲਾਗੂ ਹੁੰਦੀ ਹੈ। ਛੋਟਾ ਮੂੰਹ ਤੇ ਵੱਡੀ ਗੱਲ। ਐਡੇ ਵੱਡੇ ਕਾਬਿਲ ਇਨਸਾਨ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ, ਜਿਨ੍ਹਾਂ ਨੇ ਪੂਰਾ ਸੰਵਿਧਾਨ ਲਿਖਿਆ। ਹਾਂ, ਦੱਸੋ ਤੁਸੀਂ ਕਿੱਦਾਂ ਦੀਆਂ ਗੱਲਾਂ ਕਰਦੇ ਪਏ ਹੋ? ਕਿ ਉਹ ਸੰਵਿਧਾਨ ਜਿਹੜਾ ਲਿਖਿਆ ਉਹਨਾਂ ਨੇ, ਭੀਖ ਮਿਲੀ ਹੋਈ ਆਜ਼ਾਦੀ ਤੇ ਸੰਵਿਧਾਨ ਲਿਖਿਆ ਉਹਨਾਂ ਨੇ? ਪੁੱਛੋ, ਸੋਚਣ ਵਾਲੀ ਗੱਲ ਹੈ, ਸੋਚਣ ਵਾਲੀ ਗੱਲ ਹੈ। ਚਲੋ ਫਿਲਹਾਲ ਆਪਾਂ ਹੁਣ ਅੱਜ ਦਾ ਪ੍ਰੋਗਰਾਮ ਇੱਥੇ ਖਤਮ ਕਰਦੇ ਹਾਂ, ਕਰੰਟ ਨਿਊਜ਼ ਐਂਡ ਵਿਊਜ਼, ਕਿਉਂਕਿ ਟਾਈਮ ਕੰਪਲੀਟ ਹੋ ਚੁੱਕਿਆ। ਆਪਣਾ YouTube ਚੈਨਲ ਵੀ ਹੈਗਾ ਪੰਜਾਬ ਮੇਲ USA TV, ਜਿਸ ਨੂੰ ਸਬਸਕ੍ਰਾਈਬ ਕਰਨ ਦੇ ਲਈ ਅਸੀਂ ਅਕਸਰ ਆਪਣੇ ਦਰਸ਼ਕਾਂ ਨੂੰ ਕਹਿੰਦੇ ਰਹਿੰਦੇ ਹਾਂ। ਹੁਣ ਮੈਨੂੰ ਬਰਨ ਕੌਰ ਮਾਨ ਨੂੰ ਤੇ ਮੈਨੂੰ ਸੰਜੀਵ ਯਸ਼ ਖੰਨਾ ਨੂੰ ਦੇ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।